ਬਾਣੀ ਪ੍ਰਤੀ ਪੂਰੀ ਸ਼ਰਧਾ ਰੱਖੋ, ਪੂਰੀ ਸ਼ਰਧਾ ਨਾਲ ਪੜ੍ਹੋ ਬਾਣੀ ਜਿਹੜੀ ਹੈਗੀ ਹੈ। ਪਰ ਜਿੱਥੇ ਤੱਕ ਇਤਿਹਾਸ ਦੀ ਗੱਲ ਆ ਉੱਥੇ ਵੀ ਸ਼ਰਧਾ ਵਾਲੀ ਗੱਲ ਨਹੀਂ ਹੈ। ਹੁਣ ਜਿਸ ਵੇਲੇ ਬਾਦਸ਼ਾਹ ਨੇ ਇਤਿਹਾਸ ਲਿਖਾਉਣਾ ਉਹਨੂੰ ਹੋਰ ਤਰ੍ਹਾਂ ਲਿਖਾ ਦੇਣਾ, ਠੀਕ ਹੈ ਨਾ। ਮੁਗਲਾਂ ਨੇ ਹੋਰ ਤਰ੍ਹਾਂ ਲਿਖਾ ਦਿੱਤਾ, ਰਾਜਪੂਤਾਂ ਨੇ ਹੋਰ ਤਰ੍ਹਾਂ ਲਿਖਾ ਦੇਣਾ, ਮਰਾਠਿਆਂ ਨੇ ਹੋਰ ਤਰ੍ਹਾਂ ਲਿਖਾ ਦੇਣਾ, ਖਾਲਸਾ ਦਰਬਾਰ ਦੇ ਵਿੱਚ ਹੋਰ ਤਰ੍ਹਾਂ ਇਤਿਹਾਸ ਆ ਜਾਣਾ। ਬਿਆਸ ਦਰਿਆ ਦੇ ਕੰਢੇ ਦੇ ਉੱਤੇ ਇੱਕ ਸਾਧ ਆ, ਉਹ ਸਾਧ ਜਿਹੜਾ ਹੈ ਉਹ ਲੋਕਾਂ ਨੂੰ ਕਾਫੀ ਗੁੰਮਰਾਹ ਕਰ ਰਿਹਾ, ਔਰ ਕਾਫੀ ਜਿਹੜੇ ਹੈਗੇ ਆ ਹਿੰਦੂ ਜਿਹੜੇ ਹੈਗੇ ਉਹਦੇ ਅਸਰ ਦੇ ਹੇਠ ਆ ਰਹੇ ਆ, ਔਰ ਵਿੱਚ ਬੇਵਕੂਫ ਮੁਸਲਮਾਨ ਵੀ ਆ ਰਹੇ ਆ। ਵੀ ਜਿਹੜੇ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਆ ਉਹ ਹਿੰਦੂਇਜ਼ਮ ਦੇ ਜਿਹੜੇ ਬੇਸਿਕ ਅਸੂਲ ਸੀ ਉਹਨਾਂ ਤੇ ਸੱਟ ਮਾਰਦਾ ਸੀ। ਮੈਜੋਰਿਟੀ ਬੰਦੇ ਜਿਹੜੇ ਸਿੱਖੀਜ਼ਮ 'ਚ ਆ ਰਹੇ ਸੀ ਉਹ ਹਿੰਦੂਇਜ਼ਮ 'ਚੋਂ ਆ ਰਹੇ ਸੀ। ਸੋ ਵਿੱਚੋਂ ਹਿੰਦੂ ਜਿਹੜੇ ਸੀਗੇ ਉਹ ਵੀ ਇਸ ਗੱਲ ਤੋਂ ਦੁਖੀ ਸੀਗੇ ਜਾ ਕੇ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹਿੰਦੂ ਸੁਸਾਇਟੀ ਸੀ ਉਹਦੇ ਵਿੱਚ ਇਹ ਸੀ ਵੀ ਜਿਹਨੂੰ ਤੁਸੀਂ ਆਪਣੀ ਲੜਕੀ ਦਾ ਐਜ਼ ਏ ਹਸਬੈਂਡ ਚਿਤਵ ਲਿਆ ਉਹ ਸਮਝੋ ਉਹਦਾ ਹਸਬੈਂਡ ਹੈ। ਦਿਮਾਗ ਦੇ ਵਿੱਚ ਵੀ ਜੇ ਤੁਹਾਡੇ ਆ ਗਿਆ ਆ ਤੇ ਫਿਰ ਉਹ ਉੱਥੇ ਹੀ ਫਿਰ ਰਿਸ਼ਤਾ ਹੋਊਗਾ ਜਦ ਤੁਸੀਂ ਇੱਕ ਵਾਰ ਉਹਨੂੰ ਆਪਣੇ ਲੜਕੀ ਦੇ ਹਸਬੈਂਡ ਦੇ ਤੌਰ ਤੇ ਦੇਖ ਲਿਆ। ਉਹਦੇ ਵਿੱਚ ਇਹ ਹੁੰਦਾ ਸੀ ਜਿਵੇਂ ਸਰੀਰ ਦੇ ਅੰਦਰ ਦੇ ਵਿੱਚੋਂ ਉਹਨੇ ਇੱਕ ਲੋਹੇ ਦਾ ਸਰੀਆ ਨਿਭਾਉਣਾ ਜੀ, ਜਾਂ ਇੱਧਰੋਂ ਲੈਫਟ ਟੂ ਰਾਈਟ ਸਾਈਡ ਜਾਂ ਹੇਠੋਂ ਲੈ ਕੇ ਉਹ ਸਰੀਆ ਗਰਦਨ ਤੱਕ ਫਿਰ ਕੱਢਣਾ ਜੀ। ਇਸ ਸ਼ਹੀਦੀ ਨੇ ਸਿੱਖ ਮੂਵਮੈਂਟ ਦੀ ਕਿੱਧਰ ਨੂੰ ਮੂੰਹ ਮੋੜ ਦਿੱਤਾ ਜਾਵੇ। ਉਹ ਜਿਹੜਾ ਕਨਸੈਪਟ ਪਹਿਲਾਂ ਸੀ ਨਾ ਵੀ ਤੇਰਾ ਭਾਣਾ ਮਿੱਠਾ ਲੱਗੇ, ਉਹ ਸੀ ਕਨਸੈਪਟ ਵੀ ਹੁਣ ਹਥਿਆਰਬੰਦ ਹੋਵੋ ਤੇ ਹਥਿਆਰਬੰਦ ਹੋ ਕੇ ਲੜਾਈ ਕਰੋ, ਯੁੱਧ ਕਰੋ ਜਾ ਕੇ। ਪਹਿਲਾਂ ਜਿਹੜਾ ਸੀਗਾ ਪਹਿਲਾਂ ਕਿਸੇ ਨੂੰ ਵੱਢਣਾ ਜਾਂ ਫੜਨਾ ਹੀ ਸਮਝਿਆ ਜਾਂਦਾ ਸੀ ਵੀ ਇਹ ਗਲਤ ਗੱਲ ਹੈ, ਇਹ ਅਤਿਆਚਾਰ ਹੈ, ਫਲਾਨਾ ਇੱਦਾਂ ਨਹੀਂ ਹੋਇਆ ਜਾ ਕੇ। ਉਹਨੇ ਕਿਹਾ ਤਲਵਾਰ ਚੱਕਣੀ ਜਾਇਜ਼ ਹੈ। ਕਾਹਦੇ ਲਈ ਜਾਇਜ਼ ਆ? ਜਿਹੜਾ ਬਹੁਤ ਮਾੜਾ ਬੰਦਾ ਆ ਰਿਹਾ, ਜ਼ਾਲਮ ਆ ਜਿਹੜਾ ਤਲਵਾਰ ਲੈ ਕੇ ਆ ਰਿਹਾ, ਉਹਨੂੰ ਰੋਕਣ ਲਈ ਚੰਗੇ ਬੰਦੇ ਦੇ ਕੋਲ ਵੀ ਤਲਵਾਰ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ ਗੱਲਬਾਤ ਕਰਨਗੇ, ਔਰ ਇਸ ਸ਼ਹੀਦੀ ਦੇ ਪਿੱਛੇ ਕੀ ਇਤਿਹਾਸ ਹੈ, ਇਤਿਹਾਸ ਦੇ ਫੈਕਟਸ ਕੀ ਨੇ, ਓਪੀਨੀਅਨ ਨਹੀਂ ਫੈਕਟਸ ਕੀ ਨੇ। ਸੋ ਪ੍ਰੋਫੈਸਰ ਸਾਹਿਬ ਨੇ ਪਿਛਲੀ ਵਾਰੀ ਵੀ ਜਿਹੜੇ ਫੈਕਟਸ ਦੱਸੇ ਸੀ, ਜਿਹੜੇ ਤੁਸੀਂ ਬਹੁਤ ਪਸੰਦ ਕੀਤੇ, ਉਹ ਪਹਿਲੇ ਹਿੱਸੇ ਦੇ ਵਿੱਚ ਕਿ ਕਿਹੜੇ ਹਾਲਾਤ ਸੀ ਉਸ ਵਕਤ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਉਹ ਮਾਹੌਲ ਬਣਿਆ ਅਤੇ ਉਹਨਾਂ ਨੂੰ ਤਸੀਹੇ ਦੇਣ ਦੀ ਗੱਲਬਾਤ ਕੀਤੀ ਗਈ। ਉਹ ਇਰਾ ਕਿਹੜਾ ਸੀ? ਉਹ ਦੁੱਲੇ ਭੱਟੀ ਵਾਲਾ ਇਰਾ ਸੀ। ਸੋ ਉਹਨਾਂ ਨੇ ਨਾਲ ਦੁੱਲੇ ਭੱਟੀ ਦੀ ਵੀ ਗੱਲ ਕੀਤੀ ਕਿ ਸਾਈਮਲਟੇਨੀਅਸਲੀ ਉਦੋਂ ਕੀ ਚੱਲ ਰਿਹਾ ਸੀ। ਸੋ ਅੱਜ ਉਸ ਤੋਂ ਅਗਲਾ ਚੈਪਟਰ ਸ਼ੁਰੂ ਹੋਏਗਾ। ਪ੍ਰੋਫੈਸਰ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਸੈਨ ਸਾਹਿਬ। ਉਹ ਜਿੱਦਾਂ ਤੁਸੀਂ ਆ ਪ੍ਰੋਗਰਾਮ ਦੀ ਪਹਿਲਾਂ ਗੱਲ ਕੀਤੀ ਹੈ, ਉਹ ਮੇਰੀ ਵੀ ਗੱਲ ਹੋਈ ਹੈ, ਮੇਰੀ ਕੁਛ ਸਿੱਖ ਵਿਦਵਾਨਾਂ ਨਾਲ ਵੀ ਗੱਲ ਹੋਈ ਹੈ। ਜੀ। ਉਹ ਸਿੱਖ ਵਿਦਵਾਨਾਂ ਨਾਲ ਗੱਲ ਹੋਣ ਦੇ ਬਾਅਦ ਮੈਂ ਉਹਨਾਂ ਨੂੰ ਇਸ ਗੱਲ 'ਤੇ ਕਿਹਾ ਸੀਗਾ ਵੀ ਇਹ ਜਿਹੜੀ ਸਿੱਖ ਮੂਵਮੈਂਟ ਆ, ਸਿੱਖ ਮੂਵਮੈਂਟ ਨੂੰ ਤੁਸੀਂ ਸਿਰਫ ਇੱਕ ਧਾਰਮਿਕ ਮੂਵਮੈਂਟ ਦੇ ਤੌਰ 'ਤੇ ਪੇਸ਼ ਨਾ ਕਰੋ ਤੁਸੀਂ, ਕਿਉਂਕਿ ਇਹ ਇਕੱਲੀ ਧਾਰਮਿਕ ਮੂਵਮੈਂਟ ਨਹੀਂ ਹੈ। ਇਹ ਸਿੱਖ ਮੂਵਮੈਂਟ ਦਾ ਜਿਹੜਾ ਦੂਜਾ ਪੱਖ ਆ, ਜਿਹਦੇ ਵਿੱਚ ਹਿਊਮਨ ਰਾਈਟਸ ਦਾ ਵੀ ਪੱਖ ਆ, ਜਿਹਦੇ ਵਿੱਚ ਕਿਸਾਨੀ ਦਾ ਵੀ ਪੱਖ ਆ, ਜਿਹਦੇ ਵਿੱਚ ਫਿਊਡਲਿਜ਼ਮ ਨੂੰ ਤੋੜਨ ਦਾ ਜਿਹੜਾ ਪੱਖ ਹੈਗਾ ਆ, ਜਿਹੜਾ ਵੀ ਲੋਕਲ ਲੈਂਡ ਟੂ ਦੇ ਟਿਲਰਸ ਦਾ ਪੱਖ ਆ, ਜਿਹਦੇ ਵਿੱਚ ਡੈਮੋਕ੍ਰੈਟਿਕ ਪੱਖ ਆ, ਔਰ ਜਿਹਦੇ ਵਿੱਚ ਕਲੈਕਟਿਵ ਲੀਡਰਸ਼ਿਪ ਦਾ ਪੱਖ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਲਿਆਓ ਜਾ ਕੇ। ਇਹ ਇਕੱਲਾ ਹਾਈ ਨਾ ਰੱਖੋ ਜਾਣੀ ਵੀ ਇੱਕ ਨਾਮ ਸਿਮਰਨ ਵਾਲੀ ਮੂਵਮੈਂਟ। ਨਾਮ ਸਿਮਰਨ ਵੀ ਚੰਗਾ, ਜਿੱਦਾਂ ਤੁਹਾਨੂੰ ਠੀਕ ਖਬਰ ਆ ਤੁਸੀਂ ਜ਼ਰੂਰ ਕਰੋ, ਪਰ ਸਿੱਖ ਮੂਵਮੈਂਟ ਦੀ ਜਿਹੜੀ ਦੂਜੀ ਕੰਟਰੀਬਿਊਸ਼ਨ ਹੈ ਸਮਾਜ ਨੂੰ ਜਿਹੜੀ ਹੈਗੀ ਆ, ਉਹ ਵੀ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਜਾ ਕੇ। ਗੁਰਦੁਆਰਾ ਸਾਹਿਬਾਂ ਨੇ ਬੜਾ ਚੰਗਾ ਰੋਲ ਅਦਾ ਕੀਤਾ, ਮੈਂ ਨਹੀਂ ਕਹਿੰਦਾ ਕਿ ਚੰਗਾ ਕੀਤਾ, ਪਰ ਉਹਦੇ ਵਿੱਚ ਹੋਰ ਦੀ ਲੋੜ ਹੈਗੀ ਹੈ ਜਾ ਕੇ। ਇਸ ਕਰਕੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਤੁਸੀਂ ਇਹਦੇ 'ਤੇ ਜ਼ਿਆਦਾ ਰਿਸਰਚ ਕਰਕੇ ਅੱਗੇ ਆਓ। ਅਤੇ ਮੈਨੂੰ ਕਹਿੰਦੇ ਤੁਸੀਂ ਮੈਂ ਕਿਹਾ ਵੀ ਮੈਂ ਤਾਂ ਦੇਖੋ, ਇੱਕ ਤਾਂ ਮੇਰੀ ਹੁਣ ਉਮਰ ਇੱਥੇ ਹੈਗੀ, ਮੈਂ ਕਰ ਨਹੀਂ ਸਕਦਾ। ਦੂਜਾ ਮੈਂ ਕਿਹਾ ਮੈਨੂੰ ਆਪਣੀ ਕਾਬਲੀਅਤ ਦੀ ਹੱਦ ਦਾ ਵੀ ਪਤਾ ਵੀ ਮੈਂ ਕਿੰਨਾ ਕੁ ਹੈਗਾ ਜਾ ਕੇ। ਬਾਕੀ ਇਹ ਮੇਰਾ ਕੰਮ ਨਹੀਂ, ਤੁਸੀਂ ਕਰੋ, ਫਿਰ ਮੈਂ ਗਾਹਾਂ ਅੱਗੇ ਇਹਦੀ ਗੱਲ ਕਰ ਸਕਾਂ ਜਾ ਕੇ ਵੀ ਤੁਸੀਂ ਵਿਦਵਾਨ ਲੋਕ ਆ। ਪਰ ਸਰ ਸ਼ਾਇਦ ਹੁਣ ਸਮਾਂ ਆ ਗਿਆ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਹੈ, ਸਿੱਖ ਪ੍ਰੀਚਰ ਜਿਹੜੇ ਆ ਉਹ ਆਪ ਜੀ ਤਰ੍ਹਾਂ ਕੁਆਲੀਫਾਈਡ ਹੋਣ, ਪੜ੍ਹੇ ਲਿਖੇ ਹੋਣ, ਕਿਉਂਕਿ ਉਹਨਾਂ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ। ਸਿੱਖ ਪ੍ਰੀਚਰਸ ਨੂੰ ਉਹਨਾਂ ਨੂੰ ਪਤਾ ਕਿ ਉਹਨਾਂ ਕਾ ਜਿੰਨਾ ਕੁ ਪਤਾ ਉਹ ਆਪਣੇ ਮੁਤਾਬਕ ਉਨੀ ਕੁ ਗੱਲ ਦੱਸ ਦਿੰਦੇ ਨੇ। ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਐਜੂਕੇਸ਼ਨ ਜਾਂ ਕੋਈ ਯੂਨੀਵਰਸਿਟੀ ਨਹੀਂ ਜਿੱਥੇ ਸਿੱਖ ਪ੍ਰਚਾਰਕ ਤਿਆਰ ਕੀਤੇ ਜਾਣ।
ਹਾਂ ਨਹੀਂ ਇਹ ਵੀ ਤੁਹਾਡੀ ਗੱਲ ਠੀਕ ਹੈ, ਪਰ ਜਿਹੜਾ ਮੇਰਾ ਕਹਿਣ ਸੀ ਉਹ ਸਿੱਖ ਵਿਦਵਾਨਾਂ ਨੂੰ ਸੀ ਵੀ ਜਿਹੜੇ ਸਿੱਖ ਰਿਸਰਚ ਸਕਾਲਰ ਆ ਵੀ ਤੁਸੀਂ ਇੱਧਰ ਜ਼ਿਆਦਾ ਜ਼ੋਰ ਲਾਓ, ਇਹਦੇ ਤੇ ਜ਼ੋਰ ਨਾ ਲਾਓ ਵੀ ਵਜ਼ੀਰ ਖਾਂ ਤੋਂ ਬਦਲਾ ਲੈਣ ਲਈ ਸਾਰੀ ਕਾਰਵਾਈ ਹੋਈ ਆ ਜੀ, ਕਿਉਂਕਿ ਉਹਨਾਂ ਦੇ ਬੱਚਿਆਂ ਦਾ ਸ਼ਹੀਦ ਕਰ ਦਿੱਤੇ ਗਏ, ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਹੁਣ ਵਜ਼ੀਰ ਖਾਂ ਤੇ ਬਦਲਾ ਲਾਓ, ਇਹਦੇ ਤੇ ਜ਼ੋਰ ਨਾ ਲਾਓ। ਸਾਡੇ ਢਾਡੀ ਦੱਸਣ ਹਾਂ ਜਿਹੜੀ ਦੂਜੀ ਕੰਟਰੀਬਿਊਸ਼ਨ ਉਹ ਲਿਆ ਕੇ ਫੇਰ ਜਿੱਦਾਂ ਤੁਸੀਂ ਕਿਹਾ ਉਹਨਾਂ ਨੂੰ ਪ੍ਰੋਵਾਈਡ ਕਰੋ ਵੀ ਆਹ ਗੱਲ ਇਹਦੀ ਵੀ ਗੱਲ ਕਰੋ ਜਾ ਕੇ ਸੀ। ਸੋ ਇਹ ਇੱਕ ਤਾਂ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਸਾਹਿਬ ਜਿੱਥੇ ਤੱਕ ਬਾਣੀ ਦਾ ਤਾਲੁਕ ਆ, ਬਾਣੀ ਪ੍ਰਤੀ ਪੂਰੀ ਸ਼ਰਧਾ ਰੱਖੋ, ਪੂਰੀ ਸ਼ਰਧਾ, ਸ਼ਰਧਾ ਨਾ ਪੜੋ ਬਾਣੀ ਜਿਹੜੀ ਹੈਗੀ ਹੈ, ਪਰ ਜਿੱਥੇ ਤੱਕ ਇਤਿਹਾਸ ਦੀ ਗੱਲ ਆ ਉੱਥੇ ਵੀ ਸ਼ਰਧਾ ਵਾਲੀ ਗੱਲ ਨਹੀਂ ਹੈ, ਉੱਥੇ ਫੈਕਟਸ ਦੀ ਗੱਲ ਆ, ਉੱਥੇ ਜਿਹੜੇ ਹੈਗੇ ਖੋਜ ਦੀ ਗੱਲ ਆ, ਉੱਥੇ ਦਲੀਲ ਦੀ ਗੱਲ ਆ, ਉਹਨੂੰ ਇਸ ਤਰ੍ਹਾਂ ਲਓ ਉਹਨੂੰ ਇਸ ਤਰ੍ਹਾਂ ਲਓ, ਬਾਣੀ ਨੂੰ ਸ਼ਰਧਾ ਨਾ ਚਾਹੋ, ਇਹਦੇ ਵਿੱਚ ਸ਼ਰਧਾ ਨਾ ਫਿਲਿਆਓ। ਇਹ ਜਿਸ ਵੇਲੇ ਸਿੱਖ ਇਤਿਹਾਸ ਦੀ ਖੋਜ ਕਰਨੀ ਆ ਤਾਂ ਫਿਰ ਇਹਨੂੰ ਜਿਹੜਾ ਹੈਗਾ ਜਿਹੜੇ ਇਤਿਹਾਸ ਦੇ ਮਾਪਦੰਡ ਆ ਉਹਦੇ ਹਿਸਾਬ ਨਾਲ ਕਰੋ ਜਾ ਕੇ ਫਿਰ। ਅੱਛਾ ਬਾਕੀ ਇੱਕ ਮੈਂ ਹੋਰ ਸੁਣਨ ਵਾਲਿਆਂ ਨੂੰ ਵੀ ਕਹਿ ਦੇਵਾਂ ਵੀ ਜੇ ਕਿਤੇ ਆਪਣੇ ਕਿਸੇ ਸੰਨ ਦੀ ਜਾਂ ਕਿਸੇ ਵਾਕਿਆ ਦੀ ਇੱਧਰ ਉੱਧਰ ਹੋ ਜਾਂਦੀ ਹੈ ਸਾਡੀ ਗੱਲਬਾਤ ਦੇ ਵਿੱਚ ਤਾਂ ਇਹ ਸਮਝ ਲਿਆ ਕਰਿਓ ਜਾ ਕੇ, ਬਹੁਤਾ ਅਪਸੈਟ ਹੋਣ ਦੀ ਲੋੜ ਨਹੀਂ ਹੈ ਵੀ ਇਤਿਹਾਸ ਦੇ ਵਿੱਚ ਪੂਰਨ ਸੱਚ ਕੱਢਣਾ ਬਹੁਤ ਔਖਾ ਆ। ਕਈ ਵਾਰ ਆਪਾਂ ਗੱਲ ਕੀਤੀ ਹੈ ਜੀ, ਇਤਿਹਾਸ ਦੇ ਵਿੱਚ ਪੂਰਨ ਸੱਚ ਨਹੀਂ ਨਿਕਲਦਾ ਹੁੰਦਾ, ਕਿਉਂਕਿ ਜਿਹੜਾ ਹੈਗਾ ਆ ਇਹਦੇ ਵਿੱਚ 1000 ਸਾਲ ਪਹਿਲਾਂ ਦਾ ਸੱਚ ਕੱਢਣਾ, 2000 ਸਾਲ ਪਹਿਲਾਂ ਦਾ ਸੱਚ ਕੱਢਣਾ, 500 ਸਾਲ ਪਹਿਲਾਂ ਬਹੁਤ ਔਖਾ ਹੈ। ਜੇ ਸੋ ਇਹਨਾਂ ਪ੍ਰੋਗਰਾਮਾਂ ਵਿੱਚ ਕਿਤੇ ਇੱਧਰ ਉੱਧਰ ਹੋ ਵੀ ਜਾਵੇ ਤਾਂ ਕੋਈ ਬਹੁਤਾ ਅਪਸੈਟ ਹੋਣ ਵਾਲੀ ਗੱਲ ਨਹੀਂ ਹੈ। ਕਿ ਇੱਕ ਇਹ ਵੀ ਮੈਂ ਤੁਹਾਨੂੰ ਦੱਸਦਾ ਜੀ ਵੀ ਜਿਹੜੇ ਸੋਰਸਿਸ ਵੀ ਹੈ ਨਾ, ਜਿਹੜੇ ਸੋਮੇ ਆ, ਜਿਹੜੇ ਜਿੱਥੋਂ ਅਸੀਂ ਇਤਿਹਾਸ ਕੱਢਦੇ ਹਾਂ ਉਹ ਵੀ ਸਹੀ ਨਹੀਂ ਹੁੰਦੇ ਹੈ, ਉਹ ਵੀ ਬਾਇਸਡ ਹੁੰਦੇ ਆ। ਹੁਣ ਜਿਸ ਵੇਲੇ ਬਾਦਸ਼ਾਹ ਨੇ ਇਤਿਹਾਸ ਲਿਖਾਉਣਾ ਉਹਨੂੰ ਹੋਰ ਤਰ੍ਹਾਂ ਲਿਖਾ ਦੇਣਾ, ਠੀਕ ਹੈ ਨਾ, ਮੁਗਲਾਂ ਨੇ ਹੋਰ ਤਰ੍ਹਾਂ ਲਿਖਾ ਦਿੱਤਾ, ਰਾਜਪੂਤਾਂ ਨੇ ਹੋਰ ਤਰ੍ਹਾਂ ਲਿਖਾ ਦੇਣਾ, ਮਰਾਠਿਆਂ ਨੇ ਹੋਰ ਤਰ੍ਹਾਂ ਲਿਖਾ ਦੇਣਾ, ਖਾਲਸਾ ਦਰਬਾਰ ਦੇ ਵਿੱਚ ਹੋਰ ਤਰ੍ਹਾਂ ਇਤਿਹਾਸ ਆ ਜਾਣਾ। ਸੋ ਉਹਦੇ ਵਿੱਚ ਵੀ ਆਪਾਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ। ਹੁਣ ਮਹਾਰਾਜਾ ਅਸ਼ੋਕ ਦੀਆਂ ਜਿਹੜੀਆਂ ਸ਼ਿਲਾ ਲਿਖਤਾਂ ਹੋਣਗੀਆਂ ਉਹਦੀ ਹੋਰ ਤਰ੍ਹਾਂ ਹੋਣੀਆਂ ਜਾ ਕੇ, ਜੋ ਉੱਥੇ ਬੁੱਧਿਜ਼ਮ ਦੀ ਗੱਲ ਆ ਜਾਣੀ ਹੈ, ਉਹਦੇ ਪ੍ਰਤੀ ਸ਼ਰਧਾ ਆ ਜਾਣੀ ਹੈ। ਸੋ ਇਹ ਇਤਿਹਾਸ ਦਾ ਜਿਹੜਾ ਕੰਮ ਹੈਗਾ ਇਹ ਔਖਾ ਤਾਂ ਹੈਗਾ ਥੋੜ੍ਹਾ ਜਿਹਾ, ਫਿਰ ਇਤਿਹਾਸਕਾਰ ਦਾ ਕੰਮ ਹੈ ਉਹ ਸਾਰੇ ਦੇ ਵਿੱਚੋਂ ਕੱਢਣਾ, ਪਰ ਫਿਰ ਵੀ ਪੂਰਨ ਸੱਚ ਦੀ ਜਿਹੜੀ ਹੈਗੀ ਆ ਆਸ ਜਿਹੜੀ ਰੱਖਣੀ ਆ, ਉਹ ਪੂਰਨ ਸੱਚ ਤਾਂ ਨਾ ਰੱਖੋ, ਪਰ ਫਿਰ ਵੀ ਆਪਾਂ ਫਿਰ ਵੀ ਪਤਾ ਜਿਹੜਾ ਕਾਫੀ ਲੱਗ ਜਾਂਦਾ। ਸੋ ਜਿਹੜੀ ਅਕੀਦਤ ਆ, ਅਕੀਦਤ ਆਪਣੇ ਧਰਮ ਪ੍ਰਤੀ ਅਕੀਦਤ ਹੋਣੀ ਚਾਹੀਦੀ ਆ, ਪਰ ਇਤਿਹਾਸ ਪ੍ਰਤੀ ਜਿਹੜੀ ਹੈਗੀ ਆ ਇਹ ਦਲੀਲ ਔਰ ਇਹਦੇ ਵਿੱਚ ਖੋਜ ਦਾ ਕੰਮ ਜਿਹੜਾ ਸਾਰਾ ਹੈ ਹੋਣਾ ਚਾਹੀਦਾ ਜਾ ਕੇ। ਅੱਛਾ ਉਹ ਸ਼ੁਰੂ ਕਰੀਏ ਜੀ ਜਿਹੜਾ ਹਾਂਜੀ, ਉਹਦੇ ਵਿੱਚ ਜਿੱਥੇ ਤੱਕ ਆਪਣੇ ਇਹ ਗੱਲ ਹੈਗੀ ਨਾ ਉਹਦੇ 'ਤੇ ਆਪਣੇ ਦੇਖੋ ਫਿਰ ਮੈਂ ਇੱਕ ਗੱਲ ਕਰਾਂ ਵੀ ਜਿਹੜੀ ਵੀ ਗੱਲ ਹੁੰਦੀ ਆ ਉਹਦੇ ਵਿੱਚ ਇਵੈਂਚੁਅਲੀ ਜਿਹੜਾ ਡਿਸਾਈਡ ਕਰਨ ਵਾਲੇ ਉਹ ਤੁਸੀਂ ਆ, ਜਿਹੜੇ ਸੁਣਨ ਵਾਲੇ ਆ। ਤੁਸੀਂ ਦੇਖਣਾ ਵੀ ਕੈਨ ਇਟ ਹੈਪਨ, ਕੀ ਇਹ ਹੋ ਸਕਦੀ ਆ ਕਿ ਨਹੀਂ ਹੋ ਸਕਦੀ। ਸੋ ਉੱਥੇ ਇਸ ਗੱਲ ਕਰਕੇ ਨਾ ਕਹੋ ਵੀ ਫਲਾਨਾ ਕਹਿੰਦਾ ਫਲਾਨਾ, ਤੁਸੀਂ ਆਪਣਾ ਦਿਮਾਗ ਉੱਤੇ ਲੜਾਉਣ ਵਾਲੀ ਗੱਲ ਆ। ਸਾਡੇ ਕੋਲ ਆਪਣਾ ਦਿਮਾਗ ਹਰ ਬੰਦੇ ਦੇ ਕੋਲ ਹੈਗਾ, ਜਿੱਦਾਂ ਉਹ ਇਟੈਲੀਅਨ ਗ੍ਰੈਮਸਕੀ ਨੇ ਕਿਹਾ ਸੀ ਕਿ ਐਵਰੀ ਪਰਸਨ ਇਜ਼ ਇੰਟਲੈਕਚੁਅਲ। ਉਹ ਕਹਿੰਦਾ ਹਰ ਬੰਦਾ ਜਿਹੜਾ ਇੰਟਲੈਕਚੁਅਲ ਹੈ, ਹਰ ਬੰਦੇ ਦਾ ਦਿਮਾਗ ਆ, ਹਰ ਬੰਦਾ ਸੋਚਦਾ ਹੈ। ਸੋ ਸੋਚ ਕੇ ਇਹ ਦੇਖੋ ਵੀ ਕੀ ਇਹ ਹੋ ਸਕਦਾ, ਫਿਰ ਉਹਦੇ ਹਿਸਾਬ ਨਾਲ ਆਪਣਾ ਜਿਹੜਾ ਵਿਊ ਆ ਤੁਸੀਂ ਉਹਦੇ ਨਾਲ ਬਣਾ ਲਓ। ਹੁਣ ਆਪਾਂ ਜਿਹੜੇ ਹੈਗੇ ਆ ਜੀ ਸ਼ਹੀਦੀ ਦੀ ਗੱਲ ਕਰਦੇ ਹਾਂ ਵੀ ਆਪਣੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੇ 1605 ਦੇ ਵਿੱਚ ਆਪਾਂ ਦੇਖੀਏ, 1563 ਵਿੱਚ ਉਹਨਾਂ ਦਾ ਜਨਮ ਹੁੰਦਾ ਜੀ। ਆਪਾਂ ਅੱਗੇ ਵੀ ਗੱਲ ਕੀਤੀ ਆ, 1581 ਵਿੱਚ ਗੁਰਗੱਦੀ ਮਿਲਦੀ ਆ ਅਤੇ 1606 ਵਿੱਚ 1606 ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 1605 ਦੇ ਵਿੱਚ ਅਕਬਰ ਦੀ ਡੈਥ ਹੋ ਜਾਂਦੀ ਹੈ। ਹੁਣ ਉਹਨਾਂ ਦੀ ਸ਼ਹੀਦੀ ਦੇ ਜਿਹੜੇ ਆ ਵੀ ਅਸੀਂ ਪਹਿਲਾਂ ਤਾਂ ਦੇਖਣਾ ਕਾਰਨ ਦੇਖਣੇ ਉਹਦੇ, ਕਿਉਂ ਹੋਈ ਸ਼ਹੀਦੀ, ਵਾਈ। ਬੜਾ ਸੋਹਣਾ ਕੰਮ ਚੱਲ ਰਿਹਾ ਸੀਗਾ, ਪਹਿਲੇ 5 ਗੁਰੂ ਸੀ, ਮੁਗਲ ਦਰਬਾਰ ਦੇ ਨਾਲ ਬਹੁਤ ਸੋਹਣਾ ਰਾਬਤਾ ਸੀ। ਉੱਥੇ ਅਕਬਰ ਨੇ ਆਉਂਦਾ, ਅਕਬਰ ਬਾਦਸ਼ਾਹ ਨੇ ਉੱਥੇ ਜਾ ਕੇ ਸਮਝੋ ਤੀਜੇ ਚੌਥੇ 5ਵੇਂ ਗੁਰੂ ਸਾਹਿਬ ਨਾਲ ਬੜੇ ਚੰਗੇ ਰਿਲੇਸ਼ਨ ਰਹੇ ਆ ਜਾ ਕੇ, ਉਹਨਾਂ ਦੇ ਆਉਂਦੇ ਜਾਂਦੇ ਵੀ ਰਹੇ ਆ। ਉਹਨਾਂ ਦੇ ਕਹੇ 'ਤੇ ਮਾਲੀਆ ਵੀ ਅਕਬਰ ਨੇ ਮਾफ़ ਕੀਤਾ ਜਾ ਕੇ। ਔਰ ਹਾਂਜੀ, ਅਤੇ ਗੁਰੂ ਸਾਹਿਬ ਦੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਉੱਥੇ ਸ਼ਿਕਾਇਤ ਹੋਈ ਜਾ ਕੇ ਤਾਂ ਉਹ ਅਕਬਰ ਨੇ ਉਹਦਾ ਸੁਣਿਆ, ਮੁਤਾਇਲਾ ਕੀਤਾ ਤਾਂ ਉਹਨੇ ਕਿਹਾ ਵੀ ਨੋ, ਇਹ ਤਾਂ ਬੜੀ ਗ੍ਰੇਟ ਮਹਾਨ ਗ੍ਰੰਥ ਆ, ਇਹਦੇ 'ਤੇ ਕੁਛ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ, ਇਹ ਕਿਸੇ ਦਾ ਇਹ ਨਹੀਂ। ਸੋ ਇਹ ਇੱਦਾਂ ਹੁੰਦੀ ਫਿਰ ਇੱਕਦਮ ਜਿਹੜੀ ਹੈਗੀ ਆ ਸ਼ਹੀਦੀ ਹੋ ਜਾਂਦੀ ਹੈ। ਇੱਕਦਮ ਉਹਨਾਂ ਨੂੰ ਬੜਾ ਟੌਰਚਰ ਕਰਕੇ ਉਹਨਾਂ ਨੂੰ ਤਸੀਹੇ ਦੇ ਕੇ ਜਿਹੜਾ ਹੈਗਾ ਸ਼ਹੀਦ ਕੀਤਾ ਜਾਂਦਾ। ਅਕਬਰ ਦੀ ਡੈਥ ਤੋਂ ਬਾਅਦ ਉਹ ਅਕਬਰ ਦੀ ਡੈਥ, ਕਿਉਂਕਿ ਅਕਬਰ ਦੀ ਡੈਥ ਹੋ ਜਾਂਦੀ 1605 ਵਿੱਚ, ਸ਼ਹੀਦੀ ਹੋ ਜਾਂਦੀ 1606। ਬਹੁਤਾ ਚਿਰ ਵੀ ਨਹੀਂ ਲੱਗਾ ਜਾ ਕੇ, ਇਹ ਵੀ ਨਹੀਂ ਆਵੇ ਛੇਤੀ ਗੱਲ ਹੋ ਗਈ ਹੈ। ਮੇਰਾ ਸਾਲ ਵੀ ਨਹੀਂ, ਸਾਲ ਦੇ ਅੰਦਰ ਹੀ ਸੀ। ਅੱਛਾ, ਹੁਣ ਉਹਦੇ ਵਿੱਚ ਆਪਾਂ ਪਿੱਛੋਂ ਨਿਗਾਹ ਮਾਰੀਏ ਨਾ ਜੀ, ਕਾਰਨ ਕੀ ਹੈ? ਕਾਰਨ ਉਹਦੇ ਵਿੱਚ ਹੌਲੀ ਚਾਹੇ ਹਾਲਾਤ ਚੰਗੇ ਬਿਲਡ ਹੋਣ ਲੱਗ ਪਏ ਸੀ। ਅੱਛਾ, ਕਾਰਨ ਬਿਲਡ ਹੋਣ ਲੱਗ ਪਏ ਸੀ ਉਹਦੇ ਵਿੱਚ। ਇੱਕ ਤਾਂ ਜਿਹੜੀ ਆ ਸਿੱਖ ਮੂਵਮੈਂਟ ਹੈ ਨਾ, ਇਹਦੀ ਐਕਸਪੈਂਸ਼ਨ ਹੋ ਗਈ ਸੀ। ਇਹ ਐਕਸਪੈਂਡ ਕਰਨ ਲੱਗ ਪਈ ਸੀ, ਵਧਣ ਲੱਗ ਪਈ ਸੀਗੀ।
ਗੁਰੂ ਨਾਨਕ ਦੇਵ ਜੀ ਨਾਲੋਂ 5ਵੇਂ ਗੁਰੂ ਤੱਕ ਜਿਸ ਵੇਲੇ ਆਏ ਆ, ਉਸ ਵੇਲੇ ਜਿਹੜੀ ਹੈਗੀ ਆ ਮੂਵਮੈਂਟ ਵੱਧ ਗਈ ਸੀ। ਕਾਫੀ ਲੋਕ ਇਹਦੇ ਵਿੱਚ ਆ ਗਏ ਸੀਗੇ, ਔਰ ਉਹਦੇ ਵਿੱਚ ਹਿੰਦੂ ਵੀ ਆਏ, ਉਹਦੇ ਵਿੱਚ ਮੁਸਲਮਾਨ ਵੀ ਆਏ, ਕਿਉਂਕਿ ਸਾਨੂੰ ਜਹਾਂਗੀਰ ਦੇ ਰਿਕਾਰਡ ਤੋਂ ਪਤਾ ਲੱਗਦਾ ਇਸ ਗੱਲ ਦਾ। ਸੋ ਉਹਦੇ ਨਾਲ ਕੀ ਹੋਇਆ ਵੀ ਪਿੰਡਾਂ ਦੇ ਵਿੱਚ ਛੋਟੇ ਛੋਟੇ ਝਗੜੇ ਵੀ ਸ਼ੁਰੂ ਹੋ ਗਏ ਸੀ ਨਾਲ। ਅੱਛਾ। ਹਾਂ, ਜਿਸ ਵੇਲੇ ਕੋਈ ਬੰਦਾ ਪਿੰਡ ਦਾ ਜਾ ਕੇ ਆਪਣਾ ਪਹਿਲਾ ਧਰਮ ਛੱਡ ਕੇ ਸਿੱਖੀ ਵਿੱਚ ਆਉਂਦਾ ਸੀ ਤਾਂ ਪਿੰਡ ਵਿੱਚ ਚਰਚਾ ਵੀ ਹੁੰਦੀ ਸੀ, ਔਰ ਪਿੰਡ ਵਿੱਚ ਕਈ ਬੰਦੇ ਉਹਨੂੰ ਪਸੰਦ ਕਰਦੇ ਸੀ, ਕਈ ਬੰਦੇ ਉਹਨੂੰ ਨਹੀਂ ਪਸੰਦ ਕਰਦੇ ਸੀ। ਉਹ ਤੋਂ ਹੌਲੀ ਹੌਲੀ ਜਿਹੜਾ ਸੀਗਾ ਉਹ ਉਬਾਲ ਜਿਹੜਾ ਹੈਗਾ ਆ ਸ਼ੁਰੂ ਹੋਇਆ ਸੀ ਉਹ ਪਿੰਡ। ਇਹ ਇਤਿਹਾਸਕ ਗੱਲਾਂ ਮੈਂ ਤੁਹਾਨੂੰ ਦੱਸਦਾ ਹੋਇਆ ਸੀ ਸ਼ੁਰੂ ਦੇ ਵਿੱਚ ਜਾ ਕੇ, ਜਿਸ ਵੇਲੇ ਇੱਦਾਂ ਦੀ ਕੋਈ ਗੱਲ ਹੁੰਦੀ ਸੀ ਜਾ ਕੇ। ਅੱਛਾ, ਹੁਣ ਇਹਦੇ ਵਿੱਚ ਜਿਹੜੇ ਹੈਗੇ ਆ ਧਾਰਮਿਕ ਰੀਜ਼ਨ ਮੈਂ ਦੱਸਦਾ। ਧਾਰਮਿਕ ਰੀਜ਼ਨ ਇਹ ਸੀਗੀ ਵੀ ਜਿਸ ਵੇਲੇ ਅਕਬਰ ਦੀ ਲਿਬਰਲ ਪਾਲਿਸੀ ਸੀਗੀ, ਉਹ ਅਕਬਰ ਦੀ ਲਿਬਰਲ ਪਾਲਿਸੀ ਬਾਦਸ਼ਾਹ ਸੀਗਾ, ਜ਼ੋਰ ਸੀਗਾ, ਉਹ ਦੀਨੇ ਇਲਾਹੀ ਬਣਾਇਆ ਔਰ ਸਾਰਿਆਂ ਨੂੰ ਕੀਤਾ, ਸਾਰਿਆਂ ਨੂੰ ਸਨਮਾਨ ਦਿੱਤਾ, ਸੈਕੂਲਰ ਸੀ। ਪਰ ਉਹਦੇ ਅੰਦਰ ਜਿਹੜੀ ਮੁਸਲਿਮ ਕਲਰਜੀ ਸੀ, ਕਲਰਜੀ ਆਪਾਂ ਕਹਿ ਸਕਦੇ ਹਾਂ ਜਿਹੜੇ ਮੌਲਵੀ ਜਾਂ ਉਹ ਵਿੱਚੋਂ ਖੁਸ਼ ਨਹੀਂ ਸੀ ਜੀ। ਉਹ ਵਿੱਚੋਂ ਇਸ ਗੱਲ 'ਤੇ ਰੌਲਾ ਪਾਉਂਦੇ ਸੀ ਵੀ ਇਹ ਗਲਤ ਕਰ ਰਿਹਾ, ਦੀਨੇ ਇਲਾਹੀ ਜਿਹੜਾ ਇਸਲਾਮ ਦੇ ਮੁਤਾਬਕ ਨਹੀਂ ਹੈ, ਸਾਰਿਆਂ ਨੂੰ ਕਰੀ ਜਾਂਦਾ। ਸੋ ਕਿਉਂਕਿ ਬਾਦਸ਼ਾਹ ਸੀ ਉਹ ਕੁਛ ਕਰ ਨਹੀਂ ਸੀ ਸਕਦੇ, ਪਰ ਅੰਦਰੋਂ ਅੰਦਰ ਹੀ ਜਿਹੜਾ ਸੀਗਾ ਉਹ ਇਹ ਉਸ ਗੱਲ 'ਤੇ ਉਹ ਦੁਖੀ ਸੀਗੇ ਇਸ ਗੱਲ 'ਤੇ ਵੀ ਇਹ ਜਿਹੜਾ ਹੈਗਾ ਇਹ ਠੀਕ ਨਹੀਂ ਹੋ ਰਿਹਾ ਜਾ ਕੇ। ਸੋ ਉਸ ਵੇਲੇ ਤੱਕ ਜਿਹੜੇ ਬੰਦੇ ਮੀਆਂ ਮੀਰ ਵਰਗੇ ਸੀਗੇ, ਇਹਨਾਂ ਦੀ ਜਿਹੜੀ ਹੈਗੀ ਆ ਚੱਲਦੀ ਸੀ। ਪਰ ਉਹ ਤੋਂ ਬਾਅਦ ਕੀ ਹੋਇਆ, ਉਹ ਪਿੱਛੇ ਜਹਾਂਗੀਰ ਆ ਗਿਆ ਜੀ। ਹੁਣ ਜਿਸ ਵੇਲੇ ਜਹਾਂਗੀਰ ਆ, ਇੱਕ ਤਾਂ ਪਹਿਲਾਂ ਇਹ ਆਪਾਂ ਕਹਿ ਲਈਏ ਜਹਾਂਗੀਰ ਜਿਹੜਾ ਸੀ ਉਹ ਪਹਿਲੀ ਸਟੇਜਸ ਦੇ ਵਿੱਚ ਕੱਟਰਵਾਦੀ ਸੀ, ਬਿਗਨਿੰਗ ਦੇ ਵਿੱਚ। ਅੱਛਾ। ਹਾਂ, ਬਿਗਨਿੰਗ ਵਿੱਚ ਕੱਟਰਵਾਦੀ ਸੀ। ਉਹਨੂੰ ਆਪਣੀ ਇੱਕ ਸੁਹਾਣੀ ਉਮਰੀ ਆਟੋਬਾਇਓਗ੍ਰਾਫੀ ਲਿਖੀ ਆ ਜਿਹਦਾ ਨਾਮ ਹੈ ਤੁਜ਼ ਕੇ ਜਹਾਂਗੀਰੀ। ਉਹ ਤੁਜ਼ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਦੀ ਆਪਣੀ ਲਿਖਤ ਆ ਇਹ। ਅੱਛਾ। ਉਹਦੇ ਵਿੱਚ ਉਹ ਲਿਖਦਾ ਵੀ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਇੱਕ ਸਾਧ ਆ, ਉਹ ਸਾਧ ਜਿਹੜਾ ਹੈ ਉਹ ਲੋਕਾਂ ਨੂੰ ਕਾਫੀ ਗੁੰਮਰਾਹ ਕਰ ਰਿਹਾ, ਔਰ ਕਾਫੀ ਜਿਹੜੇ ਹੈਗੇ ਆ ਹਿੰਦੂ ਜਿਹੜੇ ਹੈਗੇ ਉਹਦੇ ਅਸਰ ਦੇ ਹੇਠ ਆ ਰਹੇ ਆ, ਔਰ ਵਿੱਚ ਬੇਵਕੂਫ ਮੁਸਲਮਾਨ ਵੀ ਆ ਰਹੇ ਆ। ਇਹ ਉਹਨੇ ਲਿਖਿਆ। ਕਾਫੀ ਦੇਰ ਤੋਂ ਉਹਦੇ ਹੀ ਲਫ਼ਜ਼ ਹੈ ਜਿਹੜੇ ਮੈਂ ਬੋਲ ਰਿਹਾ ਜੀ। ਕਾਫੀ ਦੇਰ ਤੋਂ ਜਾ ਕੇ ਇਹ ਮੇਰੇ ਦਿਮਾਗ ਦੇ ਵਿੱਚ ਗੱਲ ਚੱਲਦੀ ਆ ਵੀ ਇਹ ਜਿਹੜੀ ਦੁਕਾਨ ਹੈ ਇਹਨੂੰ ਬੰਦ ਕੀਤਾ ਜਾਵੇ ਜਾਂ ਇਹਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਹੁਣ ਦੇਖੋ ਇਹ ਜਹਾਂਗੀਰ ਦੇ ਵਿਚਾਰ ਆ। ਤਿੰਨ ਸਾਹਿਬ ਦਾ ਦੇਖੋ ਮੈਨੂੰ ਚੇਤੇ ਆ ਥੋੜ੍ਹੇ ਚਾਹੇ ਹੁਣ ਬੁੜਾ ਹੋਇਆ ਕਾਫੀ ਜੀ। ਅੱਛਾ, ਉਹ ਕਹਿੰਦੇ ਵੀ ਜਾਂ ਇਹਨੂੰ ਇਸਲਾਮ 'ਚ ਲੈਂਦਾ ਜਾਓ। ਸੋ ਉੱਥੋਂ ਇਹ ਪਤਾ ਲੱਗਦਾ ਵੀ ਜਹਾਂਗੀਰ ਜਿਸ ਵੇਲੇ ਆਇਆ ਉਸ ਵੇਲੇ ਉਹ ਕੱਟਰਵਾਦੀ ਸੀ ਪੂਰਾ। ਅੱਛਾ, ਕੱਟਰਵਾਦੀ ਉਹ ਪੂਰਾ ਸੀਗਾ। ਅਤੇ ਉਸ ਵੇਲੇ ਜਿਸ ਵੇਲੇ ਉਹ ਆਇਆ ਅਤੇ ਉਹਦੇ ਨਾਲ ਫਿਰ ਸਾਰਿਆਂ ਨੇ ਜਾ ਕੇ ਉਹਦੇ ਕੰਨ ਭਰਨੇ ਵੀ ਸ਼ੁਰੂ ਕਰਤੇ, ਕਿਉਂਕਿ ਉਹ ਤਾਂ ਪਹਿਲਾਂ ਹੀ ਦੁਖੀ ਸੀਗੇ ਇਸ ਗੱਲ ਦੇ ਉੱਤੇ। ਇੱਕ ਤਾਂ ਇਹ ਕਾਰਨ ਸੀ ਇਸਲਾਮ ਦੇ ਵਿੱਚ, ਉਹ ਇਸਲਾਮ ਹਿੰਦੂਇਜ਼ਮ ਦੇ ਵਿੱਚ ਵੀ ਇੱਕ ਕਾਰਨ ਸੀਗਾ। ਹਿੰਦੂਇਜ਼ਮ ਦੇ ਕਾਰਨ ਵਿੱਚ ਇਹ ਸੀ ਵੀ ਜਿਹੜੀ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਆ ਉਹ ਹਿੰਦੂਇਜ਼ਮ ਦੇ ਜਿਹੜੇ ਬੇਸਿਕ ਅਸੂਲ ਸੀ ਉਹਨਾਂ 'ਤੇ ਸੱਟ ਮਾਰਦਾ ਸੀ। ਜਿੱਦਾਂ ਬੁੱਤ ਪ੍ਰਸਤੀ ਨਹੀਂ ਹੋਣ ਦੇਣੀ ਜਾ ਕੇ ਜੀ, ਦੇਵੀ ਦੇਵਤਿਆਂ 'ਚ ਵਿਸ਼ਵਾਸ ਨਹੀਂ ਕਰਨਾ ਜੀ, ਜ਼ਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ, ਲੰਗਰ ਪ੍ਰਥਾ 'ਚ ਇਕੱਠੇ ਬੈਠ ਕੇ ਸਾਰੇ ਚਾਹੇ ਉੱਚ ਜਾਤੀ ਹੈ ਚਾਹੇ ਨੀਚੇ ਜਾਤੀ ਆ ਉਹ ਜਿਹੜਾ ਹੈਗਾ ਉਹਦੇ ਵਿੱਚ ਖਾਣਾ, ਔਰ ਖ਼ਾਸ ਤੌਰ 'ਤੇ ਜਿਹੜੀ ਸਿੱਖਿਆ ਦੇਣੀ ਉਹ ਲੋਕਾਂ ਦੀ ਬੋਲੀ 'ਚ ਦੇਣੀ, ਸੰਸਕ੍ਰਿਤ 'ਤੇ ਡਿਪੈਂਡ ਨਾ ਕਰਨਾ। ਇਹ ਵੀ ਗੱਲ ਸੀ। ਇਹ ਵੀ ਸੰਸਕ੍ਰਿਤ ਦੇ ਸ਼ਲੋਕਾਂ ਨੂੰ ਦਾ ਸਹਾਰਾ ਨਾ ਲੈਣਾ ਜੇ ਦੇਣ ਦੇ ਲਈ। ਸੋ ਉਹਦੇ ਕਰਕੇ ਜਿਹੜਾ ਅਸਲ ਕੱਟਰ ਹਿੰਦੂ ਸਮਾਜ ਸੀ ਉਹ ਵੀ ਵਿੱਚੋਂ ਦੁਖੀ ਸੀ ਵੀ ਇਹ ਜਿਹੜੇ ਹੈਗੇ ਇਹ, ਕਿਉਂਕਿ ਮੈਜੋਰਿਟੀ ਬੰਦੇ ਜਿਹੜੇ ਸਿੱਖੀਜ਼ਮ 'ਚ ਆ ਰਹੇ ਸੀ ਉਹ ਹਿੰਦੂਇਜ਼ਮ 'ਚੋਂ ਆ ਰਹੇ ਸੀ, ਹਿੰਦੂਇਜ਼ਮ 'ਚ ਆ ਰਹੇ ਸੀ। ਸੋ ਵਿੱਚੋਂ ਹਿੰਦੂ ਜਿਹੜੇ ਸੀਗੇ ਉਹ ਵੀ ਇਸ ਗੱਲ ਤੋਂ ਦੁਖੀ ਸੀਗੇ ਜਾ ਕੇ। ਸੋ ਮਾਹੌਲ ਦੇ ਤੌਰ 'ਤੇ ਇਹ ਦੇਖੋ ਉਸ ਵੇਲੇ ਪੰਜਾਬ ਦੇ ਵਿੱਚ ਦੋਏ ਬੜੀਆਂ ਕਮਿਊਨਿਟੀਆਂ ਸੀਗੀਆਂ ਜੀ, ਰਿਲੀਜੀਅਸ ਵਾਈਜ਼ ਮੁਸਲਿਮ ਕਮਿਊਨਿਟੀ ਸੀ ਤਾਂ ਹਿੰਦੂ ਕਮਿਊਨਿਟੀ ਸੀ। ਸੋ ਦੋਨੋਂ ਹੀ ਕਮਿਊਨਿਟੀ ਜਿਹੜੇ ਹੈਗੇ ਆ ਇਹਨੂੰ ਕੋਈ ਬਹੁਤਾ ਲਾਈਕ ਨਹੀਂ ਕਰਦੇ ਇਸ ਗੱਲ ਨੂੰ ਵੀ ਇੱਕ ਨਵੀਂ ਚੀਜ਼ ਵਿੱਚ ਉੱਠ ਰਹੀ ਹੈ ਪੰਜਾਬ ਦੇ ਵਿੱਚ। ਸੈਨ ਸਾਹਿਬ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਹਾਂਗੀਰ ਜਿਹੜਾ ਹੈਗਾ ਪਹਿਲੀਆਂ ਦੇ ਵਿੱਚ ਉਹ ਕੱਟਰ ਜ਼ਿਆਦਾ ਸੀ ਪਹਿਲਾਂ। ਹੌਲੀ ਹੌਲੀ ਜਿੱਦਾਂ ਫਿਰ ਅਸੀਂ ਬਾਅਦ 'ਚ ਦੇਖਦੇ ਹਾਂ ਨੂਰ ਜਹਾਂ ਦੇ ਅਸਰ ਦੇ ਹੇਠ ਆ ਕੇ ਜਾ ਕੇ ਉਹਦਾ ਕੱਟਰਪੁਣਾ ਘਟਦਾ ਗਿਆ, ਕਿਉਂਕਿ ਫਿਰ ਇੱਦਾਂ ਵੀ ਮਿਸਾਲਾਂ ਹੋਈਆਂ ਵੀ ਉਹਨੇ ਇੱਕ ਵਾਰ ਤੁਹਾਨੂੰ ਪਿਛਲੀ ਵਾਰ ਆਪਾਂ ਗੱਲ ਵੀ ਕੀਤੀ ਸੀ 6 ਮੌਲਵੀਆਂ ਨੂੰ ਤੋਪਨਾ ਉਡਾ ਦਿੱਤਾ ਸੀ ਇਸ ਗੱਲ ਕਰਕੇ, ਕਿਉਂਕਿ ਇੱਕ ਹਿੰਦੂ ਲੜਕੀ ਦਾ ਜ਼ਬਰਦਸਤੀ ਇੱਕ ਮੁਸਲਮਾਨ ਨਾਲ ਵਿਆਹ ਕਰਨ ਨੂੰ ਉਹਨੇ ਜਾਇਜ਼ ਕਰਾਰ ਦੇ ਦਿੱਤਾ ਸੀ ਜਹਾਂਗੀਰ ਨੇ, ਮੌਲਵੀਆਂ ਨੇ। ਤੇ ਜਹਾਂਗੀਰ ਨੇ ਉਹ 6 ਹੀ ਮੌਲਵੀ ਤੋਪ ਦੇ ਮੋਹਰੇ ਵੜ ਕੇ ਉਡਾ ਦਿੱਤੇ ਸੀ ਜਾ ਕੇ ਵੀ ਇਹ ਇਸਲਾਮ ਦੇ ਮੁਤਾਬਕ ਤੁਸੀਂ ਜ਼ਬਰਦਸਤੀ ਨਹੀਂ ਕਿਸੇ ਨਾਲ ਕਰ ਸਕਦੇ।
ਸੋ ਇਹ ਤਬਦੀਲੀ ਉਹਦੇ ਮਨ ਦੇ ਵਿੱਚ ਨੂਰ ਜਹਾਂ ਨਾਲ ਜਿਸ ਵੇਲੇ ਉਹਦੀ ਸ਼ਾਦੀ ਹੋ ਜਾਂਦੀ ਹੈ ਨਾ, ਨੂਰ ਜਹਾਂ ਦੇ ਨਾਲ ਬਾਅਦ 'ਚ ਫਿਰ ਜਾ ਕੇ ਉਹ ਇੱਦਾਂ ਹੋ ਜਾਂਦਾ। ਬਾਅਦ 'ਚ ਤਾਂ ਹੁਣ ਆਪਾਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਨਾਲ ਉਹਦੇ ਤਾਲੁਕਾਤ ਬਹੁਤ ਚੰਗੇ ਰਹੇ ਆ। ਸੋ ਬਾਅਦ ਦੇ ਵਿੱਚ ਹੋਰ ਸੀ, ਪਰ ਉਸ ਵੇਲੇ ਨਾ ਸੀ ਜਿਸ ਵੇਲੇ ਉਹ ਤਾਜ ਦੇ ਉੱਤੇ ਬੈਠਦਾ ਹੀ ਹੈ। ਸੋ ਇੱਕ ਬੜਾ ਕਾਰਨ ਇਹ ਸੀ। ਅੱਛਾ, ਅਗਲਾ ਕਾਰਨ ਇਹਦੇ ਵਿੱਚ ਸੀਗਾ, ਇੱਕ ਜ਼ਾਤੀ ਕਾਰਨ ਨੇ ਵੀ ਬੜਾ ਇਹ 'ਚ ਰੋਲ ਅਦਾ ਕੀਤਾ। ਉਹ ਜ਼ਾਤੀ ਕਾਰਨ ਦੇ ਵਿੱਚ ਇਹ ਸੀ ਕਿ ਇਹ ਸਿੰਘ ਸਾਹਿਬ ਇੱਕ ਉੱਥੇ ਉਹਨਾਂ ਦਾ ਦੀਵਾਨ ਸੀ ਆਪਣੇ ਚੰਦੂ, ਇੱਥੇ ਲਾਹੌਰ ਦੇ ਵਿੱਚ। ਹੁਣ ਉਸ ਵੇਲੇ ਆਪਾਂ ਕਹਿ ਤਾਂ ਦਿੰਦੇ ਹਾਂ ਜੀ ਵੀ ਇਸਲਾਮ ਜੀ ਮੁਸਲਮਾਨ ਦਾ ਇੱਦਾਂ ਰੂਲ ਸੀਗਾ, ਉਹਦੇ ਵਿੱਚ ਹਿੰਦੂਆਂ ਇੱਦਾਂ ਨਹੀਂ ਹੈ, ਸਾਰੇ ਨੌਕਰੀਆਂ ਹਿੰਦੂ ਵੀ ਕਰਦੇ ਸੀ, ਨੌਕਰੀਆਂ ਦੂਏ ਵੀ ਕਰਦੇ ਸੀ। ਇੱਕ ਮੈਂ ਥੋੜ੍ਹਾ ਜਿਹਾ ਇਹ ਕਲੀਅਰ ਕਰ ਦੇਵਾਂ ਵੀ ਮੁਸਲਮ ਔਰ ਮੁਗਲ ਇੱਕ ਨਹੀਂ ਹੈ। ਇਹ ਸਾਰੇ ਇੱਦਾਂ ਸਮਝਦੇ ਮੁਗਲ ਬਾਦਸ਼ਾਹ ਦਾ ਧਰਮ ਜਿਹੜਾ ਇਸਲਾਮ ਸੀਗਾ, ਪਰ ਮੁਗਲ ਇੱਕ ਹੋਰ ਨਸਲ ਦੇ ਵਿੱਚੋਂ ਆਏ ਆ। ਇਸਲਾਮ ਇੱਕ ਧਰਮ ਆ। ਇਸਲਾਮ ਦੇ ਵਿੱਚ ਜਿਹੜੇ ਮੁਸਲਮਾਨ ਆ ਉਹਦੇ ਵਿੱਚ ਸਾਰੇ ਦਾਇਰੇ 'ਚ ਆਉਂਦੇ, ਉਹ 'ਚ ਤੁਰਕ ਵੀ ਆਉਂਦੇ ਆ, ਉਹ 'ਚ ਪਠਾਨ ਵੀ ਆਉਂਦੇ ਆ, ਉਹਦੇ 'ਚ ਮੰਗੋਲ ਵੀ ਆਉਂਦੇ ਆ, ਜੱਟ ਵੀ ਆਉਂਦੇ ਆ। ਮਤਲਬ ਉਹ ਸਾਰੇ ਉਹਦੇ ਇੱਕ ਬਹੁਤ ਵੱਡਾ ਧਰਮ ਆ ਜਿਹਦੇ ਵਿੱਚ ਜਿਹੜੇ ਹੈਗੇ ਸਾਰੇ ਆਉਂਦੇ ਆ। ਸੋ ਸਾਰੇ ਹੀ ਜਿਹੜੇ ਹੈਗੇ ਆ ਮੁਸਲਮਾਨ, ਜਿੱਦਾਂ ਕਹਿੰਦੇ ਮੰਗੋਲ ਦੀ ਸਾਰੇ ਉਹ ਨਹੀਂ ਹੈ ਜਾ ਕੇ, ਇਹ ਡਿਫਰੈਂਟ। ਜਿੱਦਾਂ ਆਪਾਂ ਸਿੱਖੀਜ਼ਮ ਨੂੰ ਕਹਿ ਦਈਏ ਵੀ ਸਾਰੇ ਨਹੀਂ, ਇਹ ਤਾਂ ਇੱਕ ਧਰਮ ਆ, ਉਹ ਇੱਕ ਕਬੀਲਾ ਹੈ ਜੇ ਕਹਿ ਸਕਦੇ ਹਾਂ। ਸੋ ਉਸ ਵੇਲੇ ਜਿਹੜਾ ਰਾਜ ਕਰਦੇ ਸੀ, ਉਸ ਵੇਲੇ ਜਿਹੜੇ ਸੀ ਉਹ ਮੁਗਲ ਰਾਜ ਕਰਦੇ ਸੀ। ਮੁਗਲਾਂ ਤੋਂ ਪਹਿਲਾਂ ਜਿਹੜੇ ਸੀ ਉਹ ਹੋਰ ਜਿਹੜੇ ਸੁਲਤਾਨ ਰਾਜ ਕਰਦੇ ਸੀ, ਉਹ ਹੋਰ ਸੀਗੇ ਜਾ ਕੇ। ਸੋ ਉਸ ਵੇਲੇ ਮੁਗਲ ਸੀ ਰਾਜ ਕਰਦੇ ਜਿਹੜੇ ਸੀ। ਸੋ ਉਹਦੇ ਨਾਲ ਚੰਦੂ ਜਿਹੜਾ ਸੀਗਾ, ਚੰਦੂ ਉੱਥੇ ਇੱਕ ਦੀਵਾਨ ਸੀਗਾ ਜੀ ਉਹਨਾਂ ਦੇ, ਜਿੱਦਾਂ ਵਜ਼ੀਰ ਕਹਿ ਲਓ ਜੀ। ਅਤੇ ਉਹ ਉਹਨਾਂ ਦਿਨਾਂ 'ਚ ਕੀ ਹੋਇਆ, ਜਨਮ ਜਿਹੜਾ ਹੋਇਆ 1595 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੁੰਦਾ ਜੀ। ਅੱਛਾ। ਅਤੇ ਉਹਨਾਂ ਵਿੱਚ ਚਾਈਲਡ ਮੈਰਿਜਸ ਆਮ ਹੁੰਦੀਆਂ ਸੀ। ਕਿਸੇ ਬੰਦੇ ਨੇ ਉੱਥੇ ਰਿਕਮੈਂਡ ਕਰ ਦਿੱਤਾ ਜਾ ਕੇ ਭਾਈ ਜੀ ਇਹ ਗੁਰੂ ਸਾਹਿਬ ਦਾ ਜਿਹੜੇ ਬੇਟਾ ਹੋਇਆ, ਉਹਨੂੰ ਇਹਦੀ ਜਿਹੜੀ ਸ਼ਾਦੀ ਆ ਉਹ ਚੰਦੂ ਦੀ ਬੇਟੀ ਦੇ ਨਾਲ ਹੋ ਜਾਵੇ। ਅੱਛਾ, ਹਾਂਜੀ। ਅੱਛਾ, ਉਹ ਚੰਦੂ ਦੀ ਬੇਟੀ ਜਿਸ ਵੇਲੇ ਚੰਦੂ ਦੇ ਕੋਲ ਕੋਈ ਪ੍ਰਪੋਜ਼ਲ ਲੈ ਕੇ ਗਿਆ ਬੰਦਾ, ਤਾਂ ਉਹ ਅੱਗ ਭਗੋਲਾ ਹੋ ਗਿਆ ਜਾ ਕੇ। ਉਹਨੂੰ ਇੱਦਾਂ ਦੇ ਅਪਮਾਨਜਨਕ ਸ਼ਬਦ ਕਹੇ ਜਾ ਕੇ ਵੀ ਮੈਂ ਮੇਰੀ ਲੜਕੀ ਉਹ ਸਾਧ ਦੇ ਮੁੰਡੇ ਨੂੰ ਜਾ ਕੇ ਇੱਦਾਂ ਦੀਆਂ ਗੱਲਾਂ ਕਹੀਆਂ ਹੁਣ ਜਾ ਕੇ। ਔਰ ਲਫ਼ਜ਼ ਆਮ ਹਿਸਟਰੀ 'ਚ ਆਉਂਦਾ ਵੀ ਉਹ ਕਹਿੰਦਾ ਜੀ ਵੀ ਚੁਬਾਰੇ ਦੀ ਇੱਟ ਮੈਂ ਹੇਠਾਂ ਲਾ ਦੇਵਾਂ ਹੁਣ ਜਾ ਕੇ ਮੋਰੀ, ਤਾਂ ਇੱਦਾਂ ਦਾ ਕਰਕੇ ਜਾ ਕੇ ਹੋਇਆ। ਅਤੇ ਉਹ ਫਿਰ ਜਿਸ ਵੇਲੇ ਨੂੰ ਇਹ ਕਿਹਾ ਤਾਂ ਗੁਰੂ ਸਾਹਿਬ ਨੇ ਦੇ ਸਿੱਖਾਂ ਨੇ ਪਹਿਲਾਂ ਹੀ ਇਤਰਾਜ਼ ਕਰਤਾ ਵੀ ਆਪਾਂ ਨੂੰ ਇਹ ਮਨਜ਼ੂਰ ਨਹੀਂ ਹੈ। ਗੁਰੂ ਸਾਹਿਬ ਨੇ ਸਿੱਖਾਂ ਦੇ ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋਏ ਨੋ ਕਹਿਤੀ ਵੀ ਨਹੀਂ, ਮੈਂ ਅਸੀਂ ਨਹੀਂ ਕਰ ਰਹੇ। ਉਹਨੇ ਨੂੰ ਅਪਮਾਨ ਬਹੁਤ ਸਮਝਿਆ ਜੀ। ਵੀ ਜਿਹੜਾ ਵਿੱਚ ਬੰਦਾ ਲੈ ਕੇ ਗਿਆ ਉਹਨੂੰ ਜਾ ਕੇ ਜੀ ਉਹ ਤਾਂ ਉਹ ਹੀ ਨਹੀਂ ਮੰਨਦੇ। ਤਾਂ ਉਸ ਗੱਲ ਜਦ ਹੋਇਆ ਅਤੇ ਅੱਛਾ ਹੁਣ ਮੈਂ ਕਹਿੰਦਾ ਰੌਲਾ ਕੀ ਪੈਂਦਾ ਜੀ, ਰੌਲਾ ਇਹ ਪੈਂਦਾ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹਿੰਦੂ ਸੁਸਾਇਟੀ ਸੀ ਉਹਦੇ ਵਿੱਚ ਇਹ ਸੀ ਵੀ ਜਿਹਨੂੰ ਤੁਸੀਂ ਆਪਣੀ ਲੜਕੀ ਦਾ ਐਜ਼ ਏ ਹਸਬੈਂਡ ਚਿਤਵ ਲਿਆ, ਉਹ ਸਮਝੋ ਉਹਦਾ ਹਸਬੈਂਡ ਆ। ਅੱਛਾ, ਹਾਂ, ਮਤਲਬ ਦਿਮਾਗ ਦੇ ਵਿੱਚ ਵੀ ਜੇ ਤੁਹਾਡੇ ਆ ਗਿਆ ਆ ਤੇ ਫਿਰ ਉਹ ਉੱਥੇ ਹੀ ਫਿਰ ਰਿਸ਼ਤਾ ਹੋਊਗਾ ਜਦ ਤੁਸੀਂ ਇੱਕ ਵਾਰ ਉਹਨੂੰ ਆਪਣੇ ਲੜਕੀ ਦੇ ਹਸਬੈਂਡ ਦੇ ਤੌਰ ਤੇ ਦੇਖ ਲਿਆ, ਦਮਾਦ ਦੇ ਤੌਰ ਤੇ। ਹਾਂ, ਉਹ ਵੀ ਕਿਸਮ ਦਾ ਤੋੜਨ ਦੇ ਬਰਾਬਰ ਹੋਣੀ ਹੈ ਗੱਲ ਜਾ ਕੇ, ਉਹ ਕਿਸਮ ਦਾ ਤੋੜਨ ਦੇ ਹੋਇਆ, ਕਿਉਂਕਿ ਤੁਸੀਂ ਤਾਂ ਦਿਮਾਗ ਦੇ ਵਿੱਚ ਉਹਨੂੰ ਬਣਾ ਲਿਆ ਵੀ ਮੈਂ ਸਾਡਾ ਇਹ ਦਮਾਦ ਆ। ਸੋ ਉਹ ਫਿਰ ਆਫਰ ਕੀਤੀ, ਉਹਨੇ ਫਿਰ ਰਿਜੈਕਟ ਕਰਤੀ। ਉੱਥੋਂ ਫਿਰ ਉਹ ਜਿਹੜਾ ਚੰਦੂ ਆ, ਚੰਦੂ ਨੇ ਫਿਰ ਬਹੁਤ ਨੈਗੇਟਿਵ ਰੋਲ ਅਦਾ ਕਰਨਾ ਸ਼ੁਰੂ ਕਰਤਾ। ਉਹਨੇ ਕੰਨ ਭਰਨੇ ਸ਼ੁਰੂ ਕਰਤੇ ਬਾਕੀ ਸਾਰਿਆਂ ਦੇ ਵੀ ਬੰਦੇ ਬਹੁਤ ਖਰਾਬ ਆ, ਜੇ ਆ ਵਾਹ ਹੈ ਜਾ ਕੇ, ਜਿੱਦਾਂ ਕਹਿ ਲਓ ਵਿੰਡਿਕਟਿਵ ਹੋ ਗਿਆ ਜੀ। ਉਹ ਵਿੰਡਿਕਟਿਵ ਹੋ ਗਿਆ ਅਤੇ ਉਹਦੇ ਫਿਰ ਜਿਹੜਾ ਜਿੰਨਾ ਚਿਰ ਤਾਂ ਅਕਬਰ ਦਾ ਰਾਜ ਰਿਹਾ ਉਨੀ ਦੇਰ ਤੱਕ ਉਹ ਚੰਦੂ ਦੀ ਕਿਸੇ ਨੇ ਬਹੁਤ ਸੁਣੀ ਨਹੀਂ ਜਾ ਕੇ। ਉਹ ਤੋਂ ਬਾਅਦ ਜਿਸ ਵੇਲੇ ਇਹ ਜਹਾਂਗੀਰ ਦਾ ਆਇਆ, ਫਿਰ ਉਹ ਚੰਦੂ ਨੇ ਜਾ ਕੇ ਕਾਫੀ ਐਟਮੋਸਫੀਅਰ ਨੂੰ ਪੁਆਇਜ਼ਨ ਕਰ ਦਿੱਤਾ ਜਾ ਕੇ, ਉਹਨੂੰ ਸਾਰਾ ਜ਼ਹਿਰੀਲਾ ਬਣਾ ਦਿੱਤਾ ਜਿਹੜਾ ਕਿ ਆਲਰੇਡੀ ਪਹਿਲਾਂ ਖਰਾਬ ਸੀ। ਇਹ ਵੀ ਇੱਕ ਕਾਰਨ ਬਣਿਆ ਉਸ ਵੇਲੇ ਜਾ ਕੇ। ਅੱਛਾ, ਅਗਲਾ ਜਿਹੜਾ ਕਾਰਨ ਜਿਹੜਾ ਬਹੁਤ ਇੰਪੋਰਟੈਂਟ ਕਾਰਨ ਹੈ, ਉਹ ਮੈਂ ਸਮਝਦਾ ਵੀ ਉਸ ਵੇਲੇ ਜਿਹਨੂੰ ਜੇ ਮੈਂ ਅੰਗਰੇਜ਼ੀ 'ਚ ਕਹਾਂ ਵੀ ਸਿੱਖ ਮੂਵਮੈਂਟ ਉਸ ਵੇਲੇ ਇੱਕ ਕਿਸਮ ਦਾ ਸਟੇਟ ਵਿਦਨ ਏ ਸਟੇਟ ਬਣਨ ਲੱਗ ਪਈ ਸੀ। ਕਿਵੇਂ ਸਟੇਟ ਵਿਦਨ ਏ ਸਟੇਟ ਹੁਣ ਮੈਂ ਤੁਹਾਨੂੰ ਦੱਸਦਾ ਕਿੱਦਾਂ ਬਣਦੀ ਹੈ ਸਟੇਟ ਵਿਦਨ ਏ ਸਟੇਟ। ਤਾਂ ਇੱਦਾਂ ਵੀ ਉਹ ਵੀ ਜਿੱਦਾਂ ਸੀ ਸਿੱਖ ਧਰਮ ਸਟੇਟ ਵਾਂਗ ਫੰਕਸ਼ਨ ਹੋਣ ਲੱਗ ਪਿਆ ਸੀ। ਕਿੱਦਾਂ? ਫਾਈਨੈਂਸ਼ੀਅਲੀ ਸਿੱਖ ਫਾਈਨੈਂਸ ਆਰਗੇਨਾਈਜੇਸ਼ਨ ਉਹਨਾਂ ਦੀ ਬਣ ਗਈ ਆਪਣੀ, ਫਾਈਨੈਂਸ਼ੀਅਲੀ ਉਹਨਾਂ ਨੂੰ ਪੈਸੇ ਆਉਣ ਲੱਗ ਪਏ ਜਾ ਕੇ। ਫਾਈਨੈਂਸ ਡਿਪਾਰਟਮੈਂਟ ਚੱਲ ਰਿਹਾ ਸੀਗਾ, ਮਸੰਦਾਂ ਦੇ ਰਾਹੀਂ ਪੈਸੇ ਆਉਂਦੇ ਸੀ, ਦਸਵੰਧ ਆਉਂਦਾ ਸੀਗਾ, ਦਸਵੰਧ ਦੇ ਤਾਂ ਪੈਸੇ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੇ ਸੀ। ਬਕਾਇਦਾ ਇੱਕ ਫਾਈਨੈਂਸ਼ੀਅਲ ਡਿਪਾਰਟਮੈਂਟ ਕੰਮ ਕਰਨ ਲੱਗ ਪਿਆ ਸੀ, ਜਿੱਦਾਂ ਸਟੇਟ ਦਾ ਕਰਦਾ ਜਾ ਕੇ। ਅੱਛਾ, ਉਹਦੇ ਨਾਲ ਦੂਜੇ ਨੇ ਕੀ ਆ, ਜੇ ਆਰਗੇਨਾਈਜੇਸ਼ਨ ਜਥੇਬੰਦੀ ਦੇ ਤੌਰ 'ਤੇ ਜਾ ਕੇ ਸਾਰਿਆਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਹੈਗੇ ਉਹ ਮਸੰਦ ਫੈਲ ਗਏ ਸੀ ਜੀ। ਮਸੰਦਾਂ ਨੇ ਆਪਣੇ ਆਪਣੇ ਉੱਥੇ ਡੇਰੇ ਬਣਾ ਰਹੇ ਸੀਗੇ, ਉਹ ਸਿੱਖੀ ਦਾ ਪ੍ਰਚਾਰ ਉਹਦੇ ਵਿੱਚ ਹੁੰਦਾ ਸੀ। ਆਰਗੇਨਾਈਜੇਸ਼ਨ ਵੀ ਕੋਲ ਆਪਣੇ ਇੱਕ ਆ ਗਈ ਸੀ ਜਾ ਕੇ, ਜਿਹੜੀ ਕਿ ਇੱਕ ਸਟੇਟ ਲਈ ਜ਼ਰੂਰੀ ਹੁੰਦੀ ਹੈ ਜਾ ਕੇ, ਉਹ ਵੀ ਬਣ ਗਈ ਸੀ। ਅਤੇ ਉਹ ਤੋਂ ਬਾਅਦ ਕੀ ਆ, ਜਿਹੜਾ ਸਟੇਟ ਦਾ ਅਗਲਾ ਫੰਕਸ਼ਨ ਆ ਜੁਡੀਸ਼ੀਅਲ, ਉਹ ਜੁਡੀਸ਼ੀਅਲ ਵੀ ਆ ਗਿਆ ਜੀ।
ਦਰਬਾਰ ਲਾਉਣ ਲੱਗ ਉਹ ਪਏ ਸੀ। ਜੁਡੀਸ਼ੀਅਲ ਕਿੱਦਾਂ ਹੋਇਆ ਜੀ? ਵੀ ਜਿਹੜੇ ਪਿੰਡਾਂ ਦੇ ਵਿੱਚ ਸਿੱਖਾਂ ਦੇ ਝਗੜੇ ਹੁੰਦੇ ਸੀਗੇ, ਉਹ ਮਸੰਦ ਉਹ ਡੀਲ ਕਰਦੇ ਸੀ, ਉਹ ਜੁਡੀਸ਼ਰੀ ਦਾ ਕੰਮ ਕਰਦੇ ਸੀ, ਜੱਜ ਦਾ ਕੰਮ ਕਰਦੇ ਸੀ। ਜੱਜ ਫੈਸਲਾ ਦੇ ਦਿੰਦੇ ਸੀਗੇ ਜਾ ਕੇ, ਉਹ ਮਸੰਦਾਂ ਦਾ ਜਿਹੜਾ ਫੈਸਲਾ ਦਿੱਤਾ ਉਹ ਸਿੱਖ ਜਿਹੜੇ ਐਕਸੈਪਟ ਕਰਦੇ ਸੀ ਵੀ ਹਾਂ ਜੀ ਠੀਕ ਆ। ਜਦ ਉਹ ਫੈਸਲਾ ਦੇ ਦਿੰਦੇ ਸੀਗੇ, ਮਸੰਦ ਜਿਹੜਾ ਫੈਸਲਾ ਦੇ ਦਿੰਦੇ ਸੀ, ਸਿੱਖ ਫਿਰ ਦੂਜੀਆਂ ਕੋਰਟਾਂ 'ਚ ਨਹੀਂ ਸੀ ਜਾਂਦੇ। ਉਹ ਕਹਿੰਦੇ ਜੀ ਸਾਡਾ ਫੈਸਲਾ ਹੋ ਗਿਆ। ਜੇ ਉਹ ਕੋਈ ਸੈਟਿਸਫਾਈਡ ਨਹੀਂ ਹੈਗਾ ਤਾਂ ਉਹ ਫਿਰ ਗੁਰੂ ਦੀ ਬੜੀ ਕੋਰਟ ਵਿੱਚ ਜਾਂਦੇ ਸੀ। ਉਹ ਗੁਰੂ ਸਾਹਿਬ ਦੀ ਕੋਰਟ ਇੱਕ ਬੜੀ ਹੁੰਦੀ ਸੀ, ਦਰਬਾਰ ਲਾਉਂਦੇ ਸੀ ਗੁਰੂ ਉਸ ਵੇਲੇ। ਉਹ ਦਰਬਾਰ ਦੇ ਵਿੱਚ ਫੈਸਲੇ ਹੁੰਦੇ ਸੀਗੇ। ਉਹ ਵੀ ਉਹ ਹੋ ਗਿਆ ਵੀ ਇੱਕ ਸਟੇਟ ਦਾ ਕੰਮ ਹੋਣ ਲੱਗ ਪਿਆ ਸੀਗਾ ਜਾ ਕੇ, ਸਟੇਟ ਕਿਉਂ ਕਹਿੰਦੇ ਸਟੇਟ ਹੋਣ ਲੱਗ ਪਈ ਜਾ ਕੇ, ਸਟੇਟ ਵਿਦਿਨ ਸਟੇਟ ਬਣ ਗਈ। ਸਟੇਟ ਵਿਦਿਨ ਸਟੇਟ ਬਣ ਰਹੀ ਸੀ, ਇਹ ਬਣ ਰਹੀ ਸੀ। ਫਿਰ ਕੀ ਹੋਇਆ ਜੀ, ਜਿਹੜੀ ਸਟੇਟ ਦਾ ਅਗਲਾ ਫੰਕਸ਼ਨ ਟ੍ਰੇਡ ਆ, ਉਹ ਟ੍ਰੇਡ ਸ਼ੁਰੂ ਹੋ ਗਈ ਸੀ। ਜਿੱਦਾਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਨੇ ਘੋੜਿਆਂ ਦਾ ਵਪਾਰ ਐਨਕਰੇਜ ਕੀਤਾ ਵੀ ਤੁਸੀਂ ਵੀ ਅਰਬ ਦੇ ਵਿੱਚ ਜਾਓ, ਅਰਬ 'ਚ ਜਾ ਕੇ ਘੋੜੇ ਲਿਆ ਕੇ ਇੱਥੇ ਵੇਚੋ, ਉਹਦੇ ਨਾਲ ਪੈਸੇ ਵੀ ਆਊਗੇ, ਉਹਦੇ ਨਾਲ ਤੁਸੀਂ ਆਊਗੇ। ਸੋ ਇੱਕ ਜਿਹੜੀ ਹੈਗੀ ਆ ਟ੍ਰੇਡ ਵੀ ਉਹਨੇ ਸ਼ੁਰੂ ਕਰ ਦਿੱਤੀ ਜਾ ਕੇ। ਹੁਣ ਦੇਖੋ ਕੀ ਹੋ ਗਿਆ, ਚਾਹੇ ਜਿਹੜਾ ਇਹ ਮੀਰੀ ਪੀਰੀ ਸ਼ੁਰੂ ਹੁੰਦੀ ਹੈ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ, ਪਰ ਉਸ ਵੇਲੇ ਮਿਲਟਰੀ ਦੇ ਬੇਸਿਸ ਰੱਖ ਹੋ ਗਏ ਸੀਗੇ। ਬੇਸਿਸ ਇੱਦਾਂ ਰੱਖ ਹੋਏ ਆ, ਜਿੱਦਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਜਦੋਂ ਜਿਹੜੇ ਸਿੱਖ ਅਰਬ ਦੇ ਨਾਲ ਘੋੜਿਆਂ ਦਾ ਵਪਾਰ ਕਰਨ ਜਾਂਦੇ ਸੀਗੇ ਤਾਂ ਪਹਿਲੀ ਗੱਲ ਤਾਂ ਸੀ ਵੀ ਉਹਨਾਂ ਨੂੰ ਘੋੜਸਵਾਰੀ ਆ ਗਈ, ਆਉਣ ਲੱਗ ਪਈ। ਚੜ੍ਹ ਕੇ ਆਉਂਦੇ ਸੀ, ਉਹਦੇ ਚੜ੍ਹ ਕੇ ਆਉਂਦੇ ਸੀ। ਘੋੜਸਵਾਰੀ ਉਹਦੀ ਸਿੱਖ ਲਈ ਜਾ ਕੇ ਜਿਹੜੀ ਹੈਗੀ ਘੋੜਸਵਾਰ ਤਿਆਰ ਹੋ ਗਏ ਜਾ ਕੇ। ਜਿਸ ਵੇਲੇ ਉਹ ਆਉਂਦੇ ਸੀਗੇ ਤਾਂ ਰਾਹ 'ਚ ਡਾਕੂ ਉਹਨਾਂ ਨੂੰ ਲੁੱਟਦੇ ਸੀ ਜੀ। ਜਦੋਂ ਡਾਕੂ ਲੁੱਟਦੇ ਸੀ ਤਾਂ ਉਹਨਾਂ ਨੂੰ ਡਾਕੂਆਂ ਨਾਲ ਲੜਨਾ ਪੈਂਦਾ ਸੀ। ਜਦੋਂ ਲੜਨਾ ਪੈਂਦਾ ਸੀ ਤਾਂ ਉਹਨੂੰ ਜੰਗ ਦੀ ਟ੍ਰੇਨਿੰਗ ਲੈਣ ਲੱਗ ਪਏ। ਉਹ ਕਹਿੰਦੇ ਉਹ ਪਿੰਡਾਂ 'ਚ ਟ੍ਰੇਨਿੰਗ ਦੇਣ ਲੱਗ ਪਏ। ਉਹ ਕਹਿੰਦੇ ਵੀ ਰਾਹ 'ਚ ਡਾਕੂਆਂ ਨੇ ਪੈਣਾ, ਤਲਵਾਰਾਂ ਭਾਲੇ ਲੈ ਕੇ ਚੱਲੋ, ਤਲਵਾਰਾਂ ਆਪਣਾ ਹਥਿਆਰ ਨਾਲ ਲੈ ਕੇ ਚੱਲੋ ਜਾ ਕੇ, ਡਾਕੂਆਂ ਨੇ ਪੈਣਾ ਹੈਗਾ ਤੇ ਉਹ ਨਹੀਂ ਉਹਨੀ ਘੋੜੇ ਖੋਹ ਲੈਣੇ ਆ। ਤਾਂ ਉਸ ਵੇਲੇ ਜਿਹੜੀ ਸੀ ਉਹਨਾਂ ਨੂੰ ਫਿਰ ਜਿਹੜੀ ਆਰਮਸ ਦੀ ਟ੍ਰੇਨਿੰਗ ਜਿਹੜੀ ਸੀਗੀ, ਉਹ ਜਿਹੜੇ ਬੜੇ ਬਜ਼ੁਰਗ ਹੁੰਦੇ ਸੀ ਉਹ ਪਿੰਡਾਂ 'ਚ ਦੱਸਣ ਲੱਗ ਪਏ। ਤਾਂ ਕਿਰਪਾਨ ਇੱਧਰੋਂ ਫੜੀ ਦੀ ਹੁੰਦੀ ਆ, ਇੱਧਰੋਂ ਮਾਰੀ ਦੀ ਹੁੰਦੀ ਆ, ਢਾਲ ਹੁੰਦੀ ਆ, ਫਲਾਨੀ ਹੁੰਦੀ ਆ ਜਾ ਕੇ। ਸੋ ਉਹ ਜਿਹੜਾ ਟ੍ਰੇਡ ਉਹਨੇ ਕੀਤੀ ਉਹਦੇ ਨਾਲ, ਅਰਬਾਂ ਦੇ ਨਾਲ ਘੋੜਿਆਂ ਦੇ ਉੱਤੇ, ਉਹਨਾਂ ਨੇ ਸਿੱਖਾਂ ਨੂੰ ਘੋੜਸਵਾਰ ਵੀ ਬਣਾਤਾ ਅਤੇ ਜੰਗਜੂ ਵੀ ਬਣਾਤਾ ਜਾ ਕੇ। ਅਤੇ ਉਹਨਾਂ ਨੂੰ ਜਾ ਕੇ ਨੋਟ ਓਨਲੀ ਦਿਸ ਕਹੀਦਾ, ਕਹਿੰਦੇ ਵੀ ਤੀਰਅੰਦਾਜ਼ ਵੀ ਬਣਾਤੇ, ਕਈ ਵਾਰ ਤੀਰ ਵੀ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ ਜਾ ਕੇ। ਸੋ ਉਸ ਨੇ ਇੱਕ ਕਿਸਮ ਦੇ ਨਾਲ ਜਿੱਦਾਂ ਕਹਿ ਲਓ ਆਰਮੀ ਦੀ ਵੀ ਬਿਲਡਅਪ ਸ਼ੁਰੂ ਹੋ ਗਈ। ਚਾਹੇ ਰੈਗੂਲਰ ਆਰਮੀ ਨਹੀਂ ਸੀ ਹੈ, ਪਰ ਉਹ ਜਿਸ ਵੇਲੇ ਇਹ ਸ਼ੁਰੂ ਹੋ ਗਿਆ ਕੰਮ ਉਹਦੇ ਵਿੱਚ। ਸੋ ਉਹਦੇ ਨਾਲ ਜਿਸ ਵੇਲੇ ਸਿੱਖ ਵੀ ਆਮ ਤੌਰ 'ਤੇ ਹਥਿਆਰ ਰੱਖਣ ਲੱਗ ਪਏ। ਆਪਣੇ ਕੋਲ ਹਥਿਆਰ ਰੱਖੋ, ਘੋੜੇ ਲੈਣ ਜਾਣਾ ਹੁੰਦਾ, ਹਥਿਆਰ ਲੈਣੇ ਜਾ ਕੇ। ਫਿਰ ਪਿੰਡਾਂ ਦੇ ਵਿੱਚ ਜਿਹੜੇ ਲੋਹਾਰ ਸੀਗੇ, ਔਰ ਬਹੁਤੇ ਉਹ ਕਹਿੰਦੇ ਮੁਸਲਮਾਨ ਲੋਹਾਰੇ ਸੀਗੇ ਜਾ ਕੇ, ਉਹ ਜਿਹੜੇ ਹੈਗੇ ਉਹ ਕਿਰਪਾਨਾਂ ਬਣਾਉਣ ਲੱਗ ਪਏ ਜਾ ਕੇ ਵੀ ਇਹ ਜਿਹੜੀਆਂ ਉੱਥੋਂ ਬਣਾ ਕੇ ਸਾਨੂੰ ਦਿਓ ਜੀ, ਕਿਰਪਾਨ ਬਣਾ ਕੇ ਦਿਓ, ਅਸੀਂ ਤਾਂ ਜਾਣਾ ਉੱਥੇ ਘੋੜੇ ਲੈਣ ਜਾਣਾ ਜਾ ਕੇ। ਉਹਦੇ ਨਾਲ ਉਹ ਔਰਗਨਾਈਜੇਸ਼ਨ ਜਿਹੜੀ ਹੈਗੀ ਆ ਉਹ ਉਹਨਾਂ ਦੀ ਸ਼ੁਰੂ ਹੋ ਗਈ ਜਾ ਕੇ। ਅਤੇ ਇਹਦੇ ਨਾਲ ਜਿਸ ਵੇਲੇ ਆ ਬਣ ਗਿਆ ਨਾ ਜੀ ਇਹ ਹੈਗਾ, ਅਤੇ ਨਾਲੇ ਉਹਦੇ ਵਿੱਚ ਜਿੱਦਾਂ ਪਿਛਲੀ ਵਾਰ ਕੀਤੀ ਸੀ ਜੱਟਾਂ ਦਾ ਪ੍ਰਵੇਸ਼ ਹੋ ਗਿਆ ਜੀ। ਕਿਉਂਕਿ ਗੁਰੂ ਸਾਹਿਬ ਨੇ, ਗੁਰੂ ਅਰਜਨ ਸਾਹਿਬ ਪਹਿਲੇ ਗੁਰੂ ਸਾਹਿਬ ਸੀ ਜਿਹਨੇ ਬਹੁਤ ਵੱਡੇ ਲੈਵਲ 'ਤੇ ਪਿੰਡਾਂ ਦੇ ਜੱਟਾਂ ਨੂੰ ਕਨਵਰਟ ਕੀਤਾ। ਅੱਛਾ, ਹਾਂ, ਔਰ ਜੱਟਾਂ ਨੂੰ ਕਨਵਰਟ, ਔਰ ਜੱਟਾਂ ਨੂੰ ਹੀ ਖੇਤੀ ਤੋਂ ਇੱਧਰ ਨੂੰ ਲਾਇਆ ਗਿਆ, ਟ੍ਰੇਡ ਵੱਲ ਨੂੰ। ਸੋ ਜੱਟ ਜਿਹੜੇ ਆ ਇੱਕ ਤਾਂ ਸਰੀਰਕ ਤੌਰ 'ਤੇ ਤਕੜੇ ਸੀਗੇ, ਇੱਕ ਮਾਨਸਿਕ ਤੌਰ 'ਤੇ ਜੇ ਇਹ ਸੀ ਇਹ ਵਾਰ ਲਾਈਕ ਸੀ। ਕਿਉਂਕਿ ਇਹਨਾਂ ਦੇ ਪਿੰਡਾਂ ਦੇ ਝਗੜੇ ਜਿਹੜੇ ਸੀਗੇ ਉਹ ਜ਼ੋਰ ਨਾਲ ਹੀ ਨਿਬੇੜਦੇ ਹੁੰਦੇ ਸੀਗੇ, ਇੱਕ ਦੂਜੇ ਨਾਲ ਲੜਦੇ ਰਹਿੰਦੇ ਹੁੰਦੇ ਸੀ, ਦੂਸਰੇ ਨਾਲ ਲੜਨ ਨੂੰ ਤਿਆਰ ਹੋ ਗਏ। ਕਿਉਂਕਿ ਜੇ ਸਾਈਕੋਲੋਜੀਕਲੀ ਦੇਖਦੇ ਹਾਂ ਤਾਂ ਇਹ ਜਿਹੜੀ ਕਮਿਊਨਿਟੀ ਆ ਦੂਜੀਆਂ ਕਮਿਊਨਿਟੀਆਂ ਨਾਲੋਂ ਜ਼ਿਆਦਾ ਆਪਣੇ ਫੈਸਲੇ ਫਿਜ਼ੀਕਲੀ ਕਰਦੇ ਆ, ਕੁੱਟ ਕਟਾਈ ਕਰਕੇ ਫੈਸਲੇ ਕਰਦੇ ਆ ਜਾ ਕੇ। ਪਿੰਡਾਂ 'ਚ ਵੀ ਉਹ ਮੁੰਡੇ ਨੂੰ ਤਕੜਾ ਕਰੋ ਜੀ, ਮੁੰਡੇ ਨੂੰ ਇਹ ਇੱਦਾਂ ਦੇ ਆ, ਮਾੜੇ ਨੂੰ ਤਾਂ ਸ਼ਰੀਕ ਮਾਰ ਲੈਂਦੇ ਆ, ਇਹ ਪਹਿਲਾਂ ਤੋਂ ਤੁਰਿਆ ਹੁੰਦਾ ਜੀ। ਸੋ ਇਹ ਤਕੜੇ ਸੀਗੇ, ਇੱਕ ਇਹ ਤਕੜੇ ਹੋ ਗਏ, ਦੂਜੇ ਹਥਿਆਰ ਮਿਲਣ ਲੱਗ ਪਏ ਜਾ ਕੇ, ਤੀਜੇ ਥੋੜ੍ਹਾ ਜਿਹਾ ਵਪਾਰ ਨਾਲ ਕੀ ਉਹਨੂੰ ਕਹਿੰਦੇ ਹੁੰਦੇ ਪੈਸੇ ਆ ਗਏ ਕੋਲ ਜਾ ਕੇ, ਤਾਂ ਇਹ ਥੋੜ੍ਹੇ ਜਿਹਾ ਜ਼ਿਆਦਾ ਬਾਗੀ ਹੋਣ ਲੱਗ ਪਏ। ਇੱਕ ਗੁਰੂ ਸਾਹਿਬ ਜਿਹੜੇ ਸੀਗੇ ਜੀ ਉਹ ਆਪਣਾ ਫਿਰ ਦਰਬਾਰ ਲਾਉਣ ਲੱਗ ਪਏ। ਅੱਛਾ, ਦਰਬਾਰ ਪੂਰਾ ਲੱਗਦਾ ਸੀ। ਔਰ ਸੈਯਦ ਮੁਹੰਮਦ ਲਤੀਫ ਨੇ ਇੱਕ ਕਿਤਾਬ ਲਿਖੀ ਆ ਹਿਸਟਰੀ ਆਫ ਪੰਜਾਬ, ਲਿਖਵਾਈ ਤਾਂ ਅੰਗਰੇਜ਼ਾਂ ਨੇ ਸੀ ਉਹਨਾਂ ਤੋਂ, ਪਰ ਉਹਦੇ ਵਿੱਚ ਲਿਖਿਆ ਕਹਿੰਦਾ ਉਹ ਫਿਰ ਗੁਰੂ ਸਾਹਿਬ ਦੇ ਜਿਹੜੇ ਕੱਪੜੇ ਕੁਪੜੇ ਵੀ ਦਰਬਾਰ ਸੀ ਉਹ ਪਹਿਲਾਂ ਗੁਰੂ ਨਾਨਕ, ਗੁਰੂ ਅੰਗਦ ਦੇਵ ਵਰਗਾ ਦਸੀ ਹੈ ਵੀ ਜਾਣੀ ਇਹ ਵੀ ਉਹ ਮੰਜੀ 'ਤੇ ਬਹਿ ਜਾਣਾ ਜਾਂ ਦੂਏ 'ਚ ਇੱਦਾਂ ਸੀ। ਪੰਜਵੇਂ ਪਾਤਸ਼ਾਹ ਦੀ ਗੱਲ ਕਰਦੇ? ਪੰਜਵੇਂ ਪਾਤਸ਼ਾਹ ਦੀ। ਹਾਂ, ਫਿਰ ਬਕਾਇਦਾ ਦਰਬਾਰ ਲੱਗਦਾ ਸੀ। ਔਰ ਉਹ ਕਹਿੰਦਾ ਕੱਪੜੇ ਬਹੁਤ ਵਧੀਆ ਸੋਹਣੇ ਹਨ, ਬਾਦਸ਼ਾਹ ਵਰਗੇ ਕੱਪੜੇ ਪਾ ਕੇ ਬਹਿੰਦੇ ਹੁੰਦੇ ਸੀ। ਔਰ ਨੋਟ ਓਨਲੀ ਦੈਟ, ਕਹਿੰਦਾ ਕੱਪੜੇ ਇੱਦਾਂ ਹੀ ਸੀ, ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਸੀ, ਹੀ ਇਜ਼ ਅ ਟਰੂ ਕਿੰਗ।
ਸੱਚਾ ਪਾਤਸ਼ਾਹ ਕਹਿੰਦੇ ਸੀ। ਔਰ ਮੁਗਲਾਂ ਦਾ ਜਿਹੜਾ ਬਾਦਸ਼ਾਹ ਸੀ ਫਾਲਸ ਕਹਿੰਗੇ, ਉਹ ਝੂਠਾ ਹੈ, ਉਹ ਐਵੇਂ ਹੀ ਹੈ, ਉਹ ਐਵੇਂ ਹੈ। ਸਹੀ ਜਾਂ ਬਾਦਸ਼ਾਹ ਕੌਣ ਆ? ਸੱਚੇ ਪਾਤਸ਼ਾਹ, ਟਰੂ ਕਿੰਗ। ਸਾਡੇ ਜਿਹੜੇ ਗੁਰੂ ਆ ਇਹ ਸੱਚੇ ਪਾਤਸ਼ਾਹ ਜਿਹੜੇ ਹੈਗੇ ਆ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੁਣ ਮੈਂ ਕੀਤੀਆਂ ਹੈਗੀਆਂ, ਇਹ ਸਾਰੀਆਂ ਗੱਲਾਂ ਨੇ ਤੁਸੀਂ ਦੇਖੋ ਇੱਕ ਕਿਸਮ ਨਾਲ ਸਟੇਟ ਵਿਦਨ ਸਟੇਟ ਡਿਵੈਲਪ ਹੋ ਗਈ। ਇੱਕ ਕੰਮ ਕਰਨ ਲੱਗ ਪਿਆ, ਜਿੱਦਾਂ ਸਟੇਟ ਰਨ ਕਰਦੇ ਹੁੰਦੇ ਆ, ਜਿੱਦਾਂ ਬਾਦਸ਼ਾਹ ਰਨ ਕਰਦੇ ਹੁੰਦੇ ਆ, ਸੱਚਾ ਪਾਤਸ਼ਾਹ ਕੰਮ ਕਰਦੇ ਆ, ਉੱਦਾਂ ਕੰਮ ਹੋਣ ਲੱਗ ਪਿਆ। ਇੱਕ ਸੋਵਰਨ ਸਿਸਟਮ ਸ਼ੁਰੂ ਹੋ ਗਿਆ, ਆਲਰੇਡੀ ਸਿਸਟਮ ਸ਼ੁਰੂ ਹੋ ਗਿਆ ਇੱਕ। ਹੁਣ ਇਹ ਸਿਸਟਮ ਨੂੰ ਕੋਈ ਵੀ ਸਟੇਟ ਬਰਦਾਸ਼ਤ ਨਹੀਂ ਕਰ ਸਕਦੀ ਹੈ ਜਾ ਕੇ ਵੀ ਸਟੇਟ ਦੇ ਅੰਦਰ ਇੱਕ ਹੋਰ ਬਾਦਸ਼ਾਹ ਬਣ ਜਾਵੇ ਜਾ ਕੇ, ਔਰ ਬਾਦਸ਼ਾਹ ਵੀ ਸੱਚਾ ਪਾਤਸ਼ਾਹ। ਸਾਡੇ ਇਹ ਨਹੀਂ ਹੈ ਜਾ ਕੇ। ਸੋ ਹੁਣ ਹੋਰ ਸਾਰਾ ਵਾਤਾਵਰਨ ਜਿਹੜਾ ਜਿਸ ਵੇਲੇ ਜਹਾਂਗੀਰ ਆਇਆ ਤਾਂ ਵਾਤਾਵਰਨ ਜਦ ਉਹਨੂੰ ਗੱਲ ਇਹ ਸਾਰੀਆਂ ਦੱਸੀਆਂ ਗਈਆਂ ਤਾਂ ਜਹਾਂਗੀਰ ਨੇ ਤਾਂ ਕਿਹਾ ਵੀ ਇਹ ਤਾਂ ਖਤਮ ਆ, ਇਹਨੂੰ ਤਾਂ ਜ਼ਰੂਰ ਆਪਾਂ ਜਿਹੜਾ ਹੈਗਾ ਇਹ ਖ਼ਤਮ ਕਰਨਾ ਜਾ ਕੇ। ਸੋ ਇਹ ਜਿਹੜੇ ਹੈਗੇ ਆ ਇਹ ਸਟੇਟ ਵਿਦਨ ਦੇ ਸਟੇਟ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਰੋਲ ਕੀਤਾ। ਤਾਂ ਫਿਰ ਜਿਹੜਾ ਇਮੀਡੀਏਟ ਕਾਰਨ ਬਣ ਗਿਆ, ਇੱਕਦਮ ਕਾਰਨ ਕੀ ਬਣ ਗਿਆ? ਉਹ ਬਣ ਗਿਆ ਖੁਸਰੋ ਦਾ ਰਿਵੋਲਟ, ਖੁਸਰੋ ਦੀ ਬਗਾਵਤ। ਅਮੀਰ ਖੁਸਰੋ ਦੀ ਇੱਕ ਅਮੀਰ ਖੁਸਰੋ ਸੁਲਤਾਨਾ ਦੇ ਟਾਈਮ ਵੀ ਹੋਇਆ, ਜਿਹਨੇ ਗਜ਼ਲ ਲਿਖੀ ਆ, ਜਿਹੜਾ ਮਿਊਜ਼ੀਸ਼ੀਅਨ ਸੀਗਾ ਉਹ ਅਮੀਰ। ਇਹ ਖੁਸਰੋ ਜਿਹੜਾ ਸੀ ਇਹ ਤਾਂ ਮੁੰਡਾ ਸੀਗਾ ਆਪਣੇ ਦਾ ਜਹਾਂਗੀਰ ਦਾ। ਅੱਛਾ ਜੀ, ਇਹ ਜਹਾਂਗੀਰ ਦਾ ਮੁੰਡਾ। ਹੁਣ ਇਹ ਜਿਹੜਾ ਖੁਸਰੋ ਸੀਗਾ ਜੀ, ਇਹ ਖੁਸਰੋ ਵੀ ਜਿੱਦਾਂ ਕਹਿ ਲਓ ਅਕਬਰ ਦੀ ਤਰ੍ਹਾਂ ਹੀ ਇਹਦਾ ਸੀਗਾ ਸੋਚ ਇੱਦਾਂ ਦੀ ਵੀ ਸਾਰੇ ਧਰਮ ਠੀਕ ਹੈ, ਸਾਰਿਆਂ ਦੇ ਨਾਲ ਠੀਕ ਹੈ। ਔਰ ਅਕਬਰ ਦੇ ਨਾਲ ਇਹ ਕਈ ਵਾਰ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਵੀ ਹੈ ਪਹਿਲਾਂ। ਅੱਛਾ, ਨਾਲ ਆਇਆ, ਆਪਣੇ ਬਾਬੇ ਦੇ ਨਾਲ ਆਇਆ ਸੀ। ਤਾਂ ਔਰ ਬਾਬੇ ਦਾ ਇਹ ਬਹੁਤ ਫੇਵਰੇਟ ਸੀ, ਚਹੇਤਾ ਸੀ ਇਹ ਖੁਸਰੋ। ਇੰਨਾ ਚਹੇਤਾ ਸੀ ਵੀ ਜਹਾਂਗੀਰ ਨਾਲੋਂ ਜ਼ਿਆਦਾ ਚਹੇਤਾ ਸੀ। ਅੱਛਾ, ਅਕਬਰ ਜਹਾਂਗੀਰ ਨੂੰ ਨਾਲ ਬਹੁਤਾ ਉਹਨੂੰ ਪਸੰਦ ਨਹੀਂ ਸੀ ਕਰਦਾ ਜੀ। ਜਹਾਂਗੀਰ ਦੇ ਨਾਲ ਅਕਬਰ ਦੀ ਜਿਹੜੀ ਹੈਗੀ ਨਹੀਂ ਚੱਲਦੀ ਸੀ। ਔਰ ਉਹਨਾਂ ਦਿਨਾਂ 'ਚ ਤਾਂ ਫਿਰ ਇੱਥੇ ਤੱਕ ਰੌਲਾ ਪੈਣ ਲੱਗ ਪਿਆ ਸੀਗਾ ਵੀ ਸ਼ਾਇਦ ਖੁਸਰੋ ਨੂੰ ਹੀ ਆਪਣਾ ਜਾਨਸ਼ੀਨ ਬਣਾ ਦੇਣ ਜਾ ਕੇ। ਅਤੇ ਔਰ ਦਰਬਾਰ ਦੇ ਵਿੱਚ ਵੀ ਦੋ ਪਾਰਟੀਆਂ ਬਣ ਗਈਆਂ ਸੀ ਉਸ ਵੇਲੇ। ਇੱਕ ਜਿਹੜੀ ਸੀਗੀ ਉਹ ਜਹਾਂਗੀਰ ਨੂੰ ਸਪੋਰਟ ਕਰਦੀ ਸੀ, ਇੱਕ ਜਿਹੜੀ ਸੀਗੀ ਉਹ ਖੁਸਰੋ ਨੂੰ ਸਪੋਰਟ ਕਰਦੀ ਸੀ। ਅੱਛਾ, ਹਾਂ। ਹੁਣ ਖੁਸਰੋ ਜਿਹੜਾ ਸੀਗਾ ਦਰਬਾਰ ਦੇ ਵਿੱਚ ਉੱਦਾਂ ਵੀ ਦੇਖੋ ਪਾਰਟੀਆਂ ਸੀ। ਖੁਸਰੋ ਜਿਹੜਾ ਸੀਗਾ ਇਹ ਜਿਹੜਾ ਸੀ ਇਹਦੀ ਜਿਹੜੀ ਮਦਰ ਸੀ ਉਹ ਰਾਜਪੂਤ ਰਾਜੇ ਭਗਵਾਨ ਦਾਸ ਦੀ ਜਿਹੜੀ ਸੀ ਆਪਣੀ ਬੇਟੀ ਸੀ। ਉਹ ਰਾਜਾ ਭਗਵਾਨ ਦਾਸ ਦਾ ਦੂਜਾ ਮੁੰਡਾ ਸੀ ਮਾਨ ਸਿੰਘ। ਅੱਛਾ, ਹੁਣ ਇੱਕ ਮਾਨ ਸਿੰਘ ਦਾ ਮਾਮਾ ਸੀ। ਸੋ ਇਹ ਜਿਹੜੇ ਖੁਸਰੋ ਦੀ ਇਹ ਬੈਗ। ਹੁਣ ਰਾਜਪੂਤਾਂ ਦੇ ਵਿੱਚ ਵੀ ਤੁਸੀਂ ਦੇਖੋ ਦੋ ਧੜੇ ਉਸ ਵੇਲੇ ਬਣੇ ਹੋ ਸੀ। ਇੱਕ ਰਾਣਾ ਪ੍ਰਤਾਪ ਵਾਲਾ ਧੜਾ ਸੀਗਾ, ਇੱਕ ਰਾਜਾ ਮਾਨ ਸਿੰਘ ਵਾਲਾ ਧੜਾ ਸੀਗਾ। ਰਾਜਾ ਮਾਨ ਸਿੰਘ ਜਿਹੜੇ ਆ ਉਹ ਕੋਆਪਰੇਟ ਕਰਦੇ ਸੀਗੇ ਆਪਣੇ ਨੂੰ ਮੁਗਲ ਦਰਬਾਰ ਨੂੰ। ਉਹ ਰਾਣਾ ਪ੍ਰਤਾਪ ਹੋਣੀ ਜਿਹੜੇ ਹੈਗੇ ਉਹ ਖਿਲਾਫ ਸੀਗੇ ਉਹਨਾਂ ਦੇ ਜਾ ਕੇ। ਹੁਣ ਇਹ ਭਗਵਾਨ ਦਾਸ ਜਿਹੜਾ ਸੀ ਇਹ ਰਾਜਾ ਅੰਬਰ ਜਿਹੜਾ ਬਾਅਦ ਦੇ ਵਿੱਚ ਜੈਪੁਰ ਬਣਦਾ ਇਹ ਉੱਥੇ ਦੇ ਸੀਗੇ ਅਤੇ ਉਹ ਮੇਵਾੜ ਦੇ ਸੀਗੇ ਜਿਹੜੇ ਰਾਜੇ ਮਾਨ ਸਿੰਘ ਹੋਣੀ ਮਾਨ ਸਿੰਘ ਨਹੀਂ ਪ੍ਰਤਾਪ। ਹੁਣ ਪ੍ਰਤਾਪ ਦਾ ਜਿਹੜਾ ਬਾਬਾ ਸੀਗਾ ਜੀ ਉਹ ਰਾਣਾ ਸੰਗਰਾਮ ਸਿੰਘ ਜਿਹਨੂੰ ਰਾਣਾ ਸਾਂਗਾ ਕਹਿੰਦੇ ਆ, ਉਹ ਬਾਬਰ ਦੇ ਨਾਲ ਲੜਦਾ ਰਿਹਾ ਸੀਗਾ। ਸੋ ਉਹਨਾਂ ਦੀ ਉਹ ਬੈਕਗਰਾਊਂਡ ਸੀਗੀ। ਇਹਨਾਂ ਦੀ ਭਗਵਾਨ ਦਾਸ ਹੁਣੀ ਕੋਆਪਰੇਟ ਕਰਦੇ ਸੀਗੇ ਜਾ ਕੇ। ਸੋ ਇਹਨਾਂ ਦੇ ਸੀਗੇ ਰਾਜਪੂਤ ਹੀ ਹਿੰਦੂ ਰਾਜਪੂਤ ਸੀਗੇ। ਉਹ ਕੋਆਪਰੇਟ ਕਰਦੇ ਸੀ, ਉਹ ਨਹੀਂ ਕਰਦੇ ਸੀ। ਉਹਨੇ ਫਿਰ ਇੱਕ ਵਾਰ ਕੋਸ਼ਿਸ਼ ਕੀਤੀ ਇਹ ਮੈਂ ਥੋੜ੍ਹੀ ਉੱਦਾਂ ਇਹਨਾਂ ਥੋੜ੍ਹੀ ਲਿੰਕ ਵੀ ਹੈਗੀ ਆ ਪਰ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ। ਇਹ ਆਪਣੇ ਇੱਕ ਵਾਰ ਉਹਨੂੰ ਕਿਹਾ ਜਾ ਕੇ ਵੀ ਇਹਨਾਂ ਦੋ ਸਾਰੇ ਇਕੱਠੇ ਹੋ ਜਾਣ ਜਾ ਕੇ ਸਪੋਰਟ ਕਰਨ। ਤਾਂ ਇਹਨੇ ਰਾਜਾ ਮਾਨ ਸਿੰਘ ਨੂੰ ਤੋਂ ਉਹਨੂੰ ਇਨਵਾਈਟ ਕਰਵਾਇਆ। ਪ੍ਰਤਾਪ ਨੇ ਰਾਜਾ ਮਾਨ ਸਿੰਘ ਨੂੰ ਇਨਵਾਈਟ ਕਰਾਇਆ ਵੀ ਸਾਡੇ ਕੋਲ ਖਾਣਾ ਇੱਥੇ ਖਾਣਾ ਖਾਇਆ ਹੋਗੇ। ਰਾਜਾ ਮਾਨ ਸਿੰਘ ਚਲੇ ਗਿਆ। ਹੁਣ ਇੱਕ ਇਹ ਸੀ, ਇੱਕ ਇਹ ਵੀ ਸੀ ਉਹਦੀ ਭੈਣ ਵੀ ਅਕਬਰ ਨੂੰ ਵਿਆਹੀ ਹੋਈ ਸੀ ਰਾਜਾ ਭਗਵਾਨ ਦਾਸ ਦੀ। ਬਿਲਕੁਲ, ਹਾਂ। ਇਹ ਗੜਬੜ ਜੇ ਇਹੋ ਜਿਹੇ ਮੈਨੂੰ ਤਾਂ ਰਿਸ਼ਤਿਆਂ ਦਾ ਬਹੁਤਾ ਪਤਾ ਨਹੀਂ ਹੁੰਦਾ ਪਰ ਉਹ ਭਗਵਾਨ ਦਾਸ ਦੀ ਉਹ ਵੀ ਵਿਆਹੀ ਹੋਈ ਸੀ ਅਤੇ ਕੁੜੀ ਵਿਆਹੀ ਹੋਈ ਸੀ। ਸੋ ਉਹਨੇ ਜਾ ਕੇ ਜਿਸ ਵੇਲੇ ਉਹ ਆਇਆ ਜੀ ਆਪਣਾ ਮਾਨ ਸਿੰਘ ਆ ਗਿਆ ਖਾਣਾ ਖਾਣ ਅਤੇ ਪ੍ਰਤਾਪ ਨਹੀਂ ਆਇਆ ਜੀ। ਅੱਛਾ, ਉਹਦੀ ਬੇਇੱਜ਼ਤੀ ਕਰਨ ਦੇ ਲਈ ਵੀ ਮੈਂ ਨਹੀਂ ਬੇਇੱਜ਼ਤੀ। ਜਿਸ ਵੇਲੇ ਉਹ ਆਇਆ ਤਾਂ ਇਹ ਜਿਹੜਾ ਰਾਣਾ ਪ੍ਰਤਾਪ ਸੀ, ਰਾਣਾ ਪ੍ਰਤਾਪ ਦੇ 11 ਵਿਆਹ ਸੀ। ਅੱਛਾ, 11 ਵਿਆਹ ਸੀ ਅਤੇ ਇਹਦੇ 17 ਮੁੰਡੇ ਸੀ, 5 ਕੁੜੀਆਂ ਇੱਦਾਂ ਸੀ। ਇਹ ਹੁਣ ਆਪਾਂ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੰਦੇ ਇੰਨੇ ਸੀਗੇ, ਸਾਰੇ ਇੱਦਾਂ ਹੀ ਹੁੰਦੇ ਸੀ, ਇੱਦਾਂ ਹੀ ਸੀ। 11 ਵਿਆਹ ਸੀ ਉਹਦੇ। ਤੇ ਨਿਆਣੇ ਤਾਂ ਕਿੰਨੇ ਸੀਗੇ ਪਰ ਮੇਰਾ ਖਿਆਲ ਜਿਹੜਾ ਅਮਰਸੂ ਸੀਗਾ ਉਹ ਜ਼ਿਆਦਾ ਸੀਗੀ ਜਾ ਕੇ। ਤਾਂ ਉਹ ਅਮਰਸੂ ਉੱਥੇ ਸੀਗਾ ਖਾਣੇ ਦੇ ਉੱਤੇ। ਅਤੇ ਜਿਸ ਵੇਲੇ ਰਾਜਾ ਮਾਨ ਸਿੰਘ ਉੱਥੇ ਆਇਆ ਤਾਂ ਪ੍ਰਤਾਪ ਹੈ ਨਾ ਅਤੇ ਹੁਣ ਫਿਰ ਖਾਣਾ ਨਹੀਂ ਖਾਧਾ ਜੀ। ਹੁਣ ਖਾਣਾ ਨਹੀਂ ਖਾਧਾ। ਖਾਣਾ ਤਾਂ ਜਾਂਦਾ ਹੋਇਆ ਇਹ ਕਹਿ ਗਿਆ ਜਾ ਕੇ ਵੀ ਕੋਈ ਨਹੀਂ ਹੁਣ ਮੈਂ ਆਪਣੇ ਹਿਸਾਬ ਨਾਲ ਆਊਂਗਾ। ਅਤੇ ਉਹ ਅਮਰਸੂ ਨੇ ਮੋਹਰੇ ਕਿਹਾ ਕਹਿੰਦਾ ਉਹਦਾ ਫੁੱਫੜ ਨੂੰ ਵੀ ਨਾਲ ਲੈ ਆਈ।
ਫੁੱਫੜ ਅਕਬਰ ਸੀ ਜਾ ਕੇ। ਤਾਂ ਇਹ ਇਹਨਾਂ ਦਾ ਫਾਇਦਾ ਚੱਲਦਾ ਰਿਹਾ ਜਾ ਕੇ। ਸੋ ਇਹ ਫਿਰ ਜਿਹੜੇ ਸੀਗੇ, ਇਹ ਜਿਸ ਵੇਲੇ ਖੁਸਰੋ ਹੋਇਆ, ਜਿਸ ਵੇਲੇ ਇਹਦਾ ਹੋਇਆ ਆਪਣੇ ਅਕਬਰ ਦੀ ਡੈਥ ਹੋਈ, ਅਕਬਰ ਦੀ ਡੈਥ ਹੋਈ 1605 ਵਿੱਚ। ਉਸ ਵੇਲੇ ਇਹਨਾਂ ਦੀ ਬਹੁਤ ਆਪਸ ਵਿੱਚ ਖੱਟਾਪੱਟੀ ਹੋ ਗਈ ਸੀ ਜੀ, ਪੇ ਪੁੱਤ ਦੀ। ਅਕਬਰ ਦੀ ਜਹਾਂਗੀਰ ਨਾਲ ਹੋ ਗਈ ਸੀ ਤੇ ਜਹਾਂਗੀਰ ਦੀ ਖੁਸਰੋ ਨਾਲ ਹੁੰਦੀ ਸੀਗੀ ਜਾ ਕੇ। ਤੇ ਇਹ ਜਿਹੜੀ ਇਹਦੀ ਖੁਸਰੋ ਦੀ ਮਾਂ ਸੀ ਜੀ, ਉਹਨ ਦੁਖੀ ਹੋ ਕੇ ਸੁਈਸਾਈਡ ਕਰ ਲਈ ਸੀ, ਪੇ ਪੁੱਤ ਦੇ ਕਲੇਸ਼ ਤੋਂ, ਝਗੜੇ ਤੋਂ ਜਾ ਕੇ ਸੁਈਸਾਈਡ ਕਰ ਲਈ ਸੀ ਜਾ ਕੇ। ਅੱਛਾ, ਅਲਟੀਮੇਟਲੀ ਜਿਹੜੇ ਦੋ ਗਰੁੱਪ ਸੀ, ਇੱਕ ਗਰੁੱਪ ਚਾਹੁੰਦਾ ਸੀ ਖੁਸਰੋ ਹੋ ਜਾਵੇ, ਇੱਕ ਅਲਟੀਮੇਟਲੀ ਬਾਦਸ਼ਾਹ ਨੇ ਮਰਨ ਲੱਗੇ ਨੂੰ ਆਪਣੇ ਬੇਟੇ ਨੂੰ ਕਰ ਦਿੱਤਾ, ਜਹਾਂਗੀਰ ਨੂੰ ਕਰ ਦਿੱਤਾ। ਹੁਣ ਜਿਸ ਵੇਲੇ ਜਹਾਂਗੀਰ ਨੂੰ ਕਰ ਦਿੱਤਾ ਤਾਂ ਉਸ ਵੇਲੇ ਖੁਸਰੋ ਨੇ ਬਗਾਵਤ ਕਰ ਦਿੱਤੀ। ਖੁਸਰੋ ਨੇ ਰਿਵੋਲਟ ਕਰ ਦਿੱਤਾ, ਬਗਾਵਤ ਕਰਤੀ ਵੀ ਮੈਂ ਨਹੀਂ ਮੰਨਦਾ। ਖੁਸਰੋ ਉੱਥੋਂ ਜਾ ਕੇ ਜੀ, ਉੱਥੋਂ ਸਿਰਫ 300 ਸਵਾਰ ਸੀ, ਉਹ ਲੈ ਕੇ ਉੱਥੋਂ ਚੱਲ ਪਿਆ ਇੱਧਰ ਨੂੰ, ਪੰਜਾਬ ਵੱਲ ਨੂੰ। ਗੁਰੂ ਅਰਜਨ ਦੇਵ ਜੀ ਇਹ ਪੰਜਾਬ ਵੱਲ ਨੂੰ ਚੱਲ ਪਿਆ। ਰਾਹ ਦੇ ਵਿੱਚੋਂ ਹੋਰ ਇਹਨੂੰ 2000 ਸਵਾਰ ਹੋਰ ਮਿਲ ਗਿਆ। ਤਾਂ ਇਹ ਫਿਰ ਇਹਨੀ ਬਗਾਵਤ ਦਾ ਝੰਡਾ ਕੀਤਾ ਜੀ। ਇਹ ਇੱਧਰ ਨੂੰ ਦੌੜੇ ਤਾਂ ਜਹਾਂਗੀਰ ਮਗਰ ਫੌਜਾਂ ਲੈ ਕੇ ਇਹਨਾਂ ਦੇ ਮਗਰ ਦੌੜਦੇ ਜੀ। ਹੁਣ ਉੱਥੇ ਜਿਸ ਵੇਲੇ ਉੱਥੋਂ ਦਰਿਆ ਪਾਰ ਕਰਦਾ ਦਰਿਆ, ਤੇ ਇਹ ਖੁਸਰੋ ਜਿਹੜਾ ਹੈਗਾ, ਖੁਸਰੋ ਗੁਰੂ ਅਰਜਨ ਨੂੰ ਮਿਲਿਆ ਜੀ ਉੱਥੇ। ਅੱਛਾ, ਜਿਸ ਵੇਲੇ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਹੁਣ ਇੱਥੇ ਆ ਕੇ ਉਹ ਕਹਿੰਦੇ ਆ ਜੀ ਵੀ ਗੁਰੂ ਅਰਜਨ ਦੇਵ ਜੀ ਨੇ ਉਹਦੀ ਮਦਦ ਕੀਤੀ। ਹੁਣ ਇੱਥੇ ਵਿਦਵਾਨਾਂ ਦੇ ਵਿੱਚ ਬਹੁਤ ਮਤਭੇਦ ਆ ਵੀ ਕਿਸ ਕਿਸਮ ਦੀ ਮਦਦ ਕੀਤੀ। ਕਈ ਤਾਂ ਬੰਦੇ ਕਹਿੰਦੇ ਜੀ, ਜਿਹੜਾ ਜ਼ਿਆਦਾ ਜਹਾਂਗੀਰ ਨੇ ਲਿਖਿਆ, ਉਹਨੇ ਲਿਖਿਆ ਵੀ ਤਿਲਕ ਲਾਇਆ ਉਹਦੇ, ਗੁਰੂ ਸਾਹਿਬ ਨੇ ਤਿਲਕ ਲਾਇਆ। ਤੇ ਕਈ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਫਾਈਨੈਂਸ਼ੀਅਲ ਮਦਦ ਵੀ ਕੀਤੀ, ਕਈ ਕਹਿੰਦੇ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਮਦਦ, ਕਈ ਕਹਿੰਦੇ ਵੀ ਨਹੀਂ ਮਦਦ ਨਹੀਂ ਉਹਨੇ ਕੀਤੀ, ਉਹਨੇ ਸਿਰਫ ਉਹਨੂੰ ਆਸ਼ੀਰਵਾਦ ਦਿੱਤਾ। ਹੁਣ ਉਹ ਸਮਝਦੇ ਸੀ ਵੀ ਆਸ਼ੀਰਵਾਦ ਦੇਣਾ ਜਿਹੜੀ ਹੈ ਇਹ ਵੀ ਬਾਦਸ਼ਾਹ ਦੇ ਖਿਲਾਫ ਜਿਹੜੀ ਬਗਾਵਤੀ ਹੈ, ਇੱਕ ਬਾਗੀ ਨੂੰ ਆਸ਼ੀਰਵਾਦ ਦੇ ਉਹਨੂੰ ਹੱਲਾਸ਼ੇਰੀ ਦਿੱਤੀ ਹੈ ਜਾ ਕੇ। ਉਹ ਜਿਸ ਵੇਲੇ ਅੱਛਾ ਖੁਸਰੋ ਜਿਹੜਾ ਸੀਗਾ ਜੀ, ਖੁਸਰੋ ਦੀ ਬਗਾਵਤ ਦਬਾ ਦਿੱਤੀ ਗਈ। ਅੱਛਾ, ਖੁਸਰੋ ਦੀ ਬਗਾਵਤ ਦਬਾ ਦਿੱਤੀ ਗਈ ਤੇ ਖੁਸਰੋ ਨੂੰ ਜਾ ਕੇ ਅਰੈਸਟ ਕਰ ਲਿਆ ਗਿਆ, ਅਲੋਂਗ ਵਿਦ ਹਿਜ਼ ਫੋਲੋਅਰਸ। ਜਿਹੜੇ ਉਹਦੇ ਫੋਲੋਅਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ। ਅੱਛਾ, ਖੁਸਰੋ ਨੂੰ ਤਾਂ ਇਹ ਹੋਇਆ ਜੀ, ਬਾਅਦ ਦੇ ਵਿੱਚ ਇੱਥੇ ਲਿਆਂਦਾ, ਕਹਿੰਦੇ ਪਹਿਲਾਂ ਅੰਨਾ ਕਰਤਾ, ਬਾਅਦ 'ਚ ਫਿਰ ਉਹਨੂੰ ਹਵਾਲੇ ਕਰਤਾ ਉਹਦੇ ਭਰਾ ਦੇ ਖੁਰਮ, ਜਿਹੜਾ ਬਾਅਦ ਸ਼ਾਹਜਹਾਨ ਬਣਿਆ। ਸ਼ਾਹਜਹਾਨ ਨੇ ਕਿਸੇ ਤੋਂ ਉਹਨੂੰ ਮਰਵਾ ਦਿੱਤਾ ਜਾ ਕੇ ਲੇਟਰ ਆਉਣ ਜਾ ਕੇ। ਹੁਣ ਤੁਸੀਂ ਹੁਸੈਨ ਸਾਹਿਬ, ਕਈ ਵਾਰ ਮੈਂ ਦੇਖਦਾ ਸੀ ਵੀ ਕਰੂਲਟੀ ਦੀ ਕਿੰਨੀ ਹੱਦ ਹੁੰਦੀ ਹੈ। ਹੁਣ ਉਸ ਵੇਲੇ ਜਿਹੜੇ ਖੁਸਰੋ ਦੇ ਨਾਲ ਦੇ ਬੰਦੇ ਸੀ ਜੀ, ਜਿਹੜੇ ਸਿਪਾਹੀ ਸੀ ਉਹਦੇ ਦੂਜੇ ਸੀ, ਜਿਹੜੀਆਂ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਉਹ ਮੈਂ ਤੁਹਾਨੂੰ ਦੱਸੂਗਾ ਫਿਰ ਬਾਅਦ ਦੇ ਵਿੱਚ ਉਹਨਾਂ ਨਾਲ ਕਿੱਦਾਂ ਉਹਨੇ ਡੀਲ ਕੀਤਾ। ਜੇ ਤੁਹਾਡੇ ਕੋਲ ਹੈ, ਆਪਾਂ ਇੱਕ ਬ੍ਰੇਕ ਲੈ ਲਈਏ, ਫਿਰ ਉਸ ਤੋਂ ਬਾਅਦ ਆਪਾਂ। ਹਾਂਜੀ ਸੰਤ ਸਾਹਿਬ, ਆਪਾਂ ਖੁਸਰੋ ਦੀ ਬਗਾਵਤ ਦੀ ਗੱਲ ਕਰ ਰਹੇ ਸੀ। ਖੁਸਰੋ ਦੀ ਬਗਾਵਤ ਜਿਹੜੀ ਦਬਾ ਦਿੱਤੀ ਗਈ, ਕੁਚਲ ਦਿੱਤੀ ਗਈ ਜਾ ਕੇ। ਉਹ ਤੋਂ ਬਾਅਦ ਫਿਰ ਖੁਸਰੋ ਨੂੰ ਤਾਂ ਦੱਸਿਆ ਵੀ ਖੁਸਰੋ ਨੂੰ ਇਵੈਂਚੁਅਲੀ ਕਈਆਂ ਸਾਲਾਂ ਬਾਅਦ ਫਿਰ ਮਾਰ ਦਿੱਤਾ ਗਿਆ ਜਾ ਕੇ। ਪਹਿਲਾਂ ਇਹ ਅੱਛਾ, ਉਹ ਜਿਸ ਵੇਲੇ ਸੰਤ ਸਾਹਿਬ ਖੁਸਰੋ ਦੇ ਜਿਹੜੇ ਨਾਲ ਬੰਦੇ ਸੀਗੇ, ਉਹਨਾਂ ਬੰਦਿਆਂ ਨੂੰ ਤੁਸੀਂ ਦੇਖੋ, ਉਹਨਾਂ ਦਿਨਾਂ ਵਿੱਚ ਉਹਨਾਂ ਨੂੰ ਵੀ ਮਾਰਿਆ ਗਿਆ। ਉਹਨਾਂ ਨੂੰ ਮਾਰਿਆ ਕਿੱਦਾਂ ਗਿਆ ਜਾ ਕੇ ਜੀ, ਉਹਨਾਂ ਨੂੰ ਇੰਪਲਾਂਟੇਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ, ਉਹ ਲਫ਼ਜ਼ ਹੈ ਇੱਦਾਂ ਦਾ। ਇੰਪਲਾਂਟੇਸ਼ਨ ਹੋ ਸਕਦਾ ਗਲਤ ਵੀ ਹੋਵੇ ਮੇਰੇ। ਉਹਦੇ ਵਿੱਚ ਇਹ ਹੁੰਦਾ ਸੀ ਜੀ ਵੀ ਸਰੀਰ ਦੇ ਅੰਦਰ ਦੇ ਵਿੱਚੋਂ ਉਹਨੇ ਇੱਕ ਲੋਹੇ ਦਾ ਸਰੀਆ ਨਿਕਾਉਣਾ ਜੀ, ਜਾਂ ਇੱਧਰੋਂ ਲੈਫਟ ਟੂ ਰਾਈਟ ਸਾਈਡ, ਜਾਂ ਹੇਠੋਂ ਲੈ ਕੇ ਉਹ ਸਰੀਆ ਗਰਦਨ ਤੱਕ ਫਿਰ ਕੱਢਣਾ ਜੀ। ਠੋਕ ਕੇ ਸਰੀਰ ਦੇ ਵਿੱਚੋਂ ਕੱਢ ਕੇ ਫਿਰ ਉਹਨੂੰ ਮਰਨ ਲਈ ਛੱਡ ਦਿੱਤਾ ਜੀ। ਉਹ ਕਹਿੰਦੇ ਸੀ ਵੀ ਈਜ਼ੀ ਡੈਥ ਨਹੀਂ ਦੇਣੀ ਇਹਨਾਂ ਨੂੰ ਈਜ਼ੀ ਡੈਥ ਨਹੀਂ ਦੇਣੀ। ਇੱਦਾਂ ਸੀ ਵੀ ਉਹ ਸਰੀਆ ਹੇਠੋਂ ਬਾੜ ਕੇ ਜੀ ਉੱਪਰ ਮੋਢੇ ਤੱਕ ਕੱਢ ਕੇ 2 ਸਰੀਏ, ਉਹ ਫਿਰ ਬੰਦੇ ਨੂੰ ਛੱਡ ਦਿੱਤਾ ਜਾ ਕੇ ਵੀ ਇਹ ਹੁਣ ਆਪੇ 1 ਦਿਨ 'ਚ ਮਰ ਜਾਵੇ, 10 ਘੰਟਿਆਂ 'ਚ ਮਰ ਜਾਵੇ। ਇੱਦਾਂ ਉਹ ਸਾਰੇ ਮਾਰੇ ਗਏ। ਔਰ ਇਹ ਤਰੀਕਾ ਥਿੰਦ ਸਾਹਿਬ ਮੈਂ ਦੇਖਿਆ, ਇਹ ਜਿਹੜੀ ਅੰਪਾਇਰ ਬਣੀ ਸੀ ਸਲਤਨਤ ਉਸਮਾਨੀਆ, ਆਟੋਮਨ ਅੰਪਾਇਰ ਹੀ ਆ, ਇਹ ਜਦ ਬਣੀਆਂ ਉੱਥੇ ਵੀ ਇੱਦਾਂ ਹੀ ਕਰਦੇ ਸੀਗੇ ਜਾ ਕੇ। ਉਹਨੇ ਵੀ ਇੱਦਾਂ ਹੀ ਕੀਤੀ ਜਾ ਕੇ ਜੀ ਆਟੋਮਨ ਅੰਪਾਇਰ ਦੇ ਵਿੱਚ, ਜਿਸ ਵੇਲੇ ਇਹ ਸਜ਼ਾ ਦਿੰਦੇ ਸੀ ਇੱਦਾਂ ਸਜ਼ਾ। ਹੁਣ ਗੁਰੂ ਸਾਹਿਬ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ, ਇਹ ਵੀ ਬਹੁਤ ਇਨਹਿਊਮਨ ਗੱਲ ਸੀ। ਜਿੱਦਾਂ ਗੁਰੂ ਸਾਹਿਬ ਨੂੰ ਟੌਰਚਰ ਕੀਤਾ ਗਿਆ, ਇਹ ਵੀ ਇਤਿਹਾਸ ਦੇ ਵਿੱਚ ਕਿਤੇ ਕਿਤੇ ਇੰਨਾ ਜ਼ੁਲਮ ਮਿਲਦਾ ਜਿੱਦਾਂ ਉਹਨਾਂ ਨੂੰ ਟੌਰਚਰ ਕੀਤਾ ਗਿਆ। ਹੁਣ ਉਹਦੇ ਵਿੱਚ ਇਵੈਂਚੁਅਲੀ ਜਿੱਦਾਂ ਹੁਣ ਮੈਨੂੰ ਇਹ 'ਤੇ ਮੈਂ ਬਹੁਤਾ ਟਾਈਮ ਨਹੀਂ ਲਾਉਣਾ ਜਾ ਕੇ ਵੀ ਤਵੀਆਂ 'ਤੇ ਬਿਠਾ ਲਿਆ ਜਾਂ ਇੱਦਾਂ ਕੀਤਾ, ਉਹ ਸਾਰਿਆਂ ਨੂੰ ਪਤਾ, ਠੀਕ ਹੈ। ਹੁਣ ਉਹਦੇ ਵਿੱਚ ਉਹਨਾਂ ਦੀ ਡੈਥ ਕਿੱਦਾਂ ਹੋਈ ਆ, ਇਹਦੇ ਵਿੱਚ ਵੀ ਵਿਦਵਾਨਾਂ 'ਚ ਫਰਕ ਹੈ।
ਤੇ ਕਈ ਤਾਂ ਕਹਿੰਦੇ ਆ ਵੀ ਉਹਨਾਂ ਦੇ ਟੌਰਚਰ ਹੁੰਦੇ ਡਿਊਰਿੰਗ ਟੌਰਚਰ ਡੈਥ ਹੋ ਗਈ ਆ ਜਿਸ ਵੇਲੇ ਉਹਦੇ ਤਸ਼ੱਦਦ ਹੋ ਰਿਹਾ ਸੀ ਉਹ ਤਸ਼ੱਦਦ ਜਿਹੜਾ ਨਾ ਸੀ। ਔਰ ਇੱਕ ਜਿਹੜੇ ਹੈਗੇ ਉਹ ਸਾਰੇ ਸੋਰਸਸ ਤਕਰੀਬਨ ਐਗਰੀ ਕਰਦੇ ਆ ਵੀ ਉਹ ਸਾਰਾ ਤਸ਼ੱਦਦ ਜਿਹੜਾ ਸੀ ਉਹਨੇ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਚੱਲਿਆ। ਪਾਠ ਕਰਦੇ ਰਹੇ ਕਹਿੰਦੇ ਹਾਂ, ਸ਼ਾਂਤਮਈ ਤਰੀਕੇ ਦੇ ਨਾਲ ਚੱਲਿਆ ਜਾ ਕੇ, ਤੇ ਜਿਹੜਾ ਹੈਗਾ ਇੱਦਾਂ ਨਹੀਂ ਹੋਇਆ ਜਾ ਕੇ ਜਿੱਦਾਂ ਆਮ ਬੰਦੇ ਵਾਂਗ ਨਹੀਂ ਹੋਇਆਗਾ। ਫਿਰ ਉਹ ਕਹਿੰਦੇ ਆ ਵੀ ਉਹਨੇ ਇੱਕ ਸੋਰਸ ਆ ਵੀ ਉਹਨੇ ਫਿਰ ਕਿਹਾ ਜੀ ਵੀ ਮੈਨੂੰ ਰਾਵੀ ਦੇ ਵਿੱਚ ਨਹਾਉਣਾ, ਮੈਂ ਇਸ਼ਨਾਨ ਕਰ ਲੈਂਦੀ ਹੋ। ਉਹਨੇ ਰਾਵੀ ਦੇ ਵਿੱਚ ਇਸ਼ਨਾਨ ਉਹਨਾਂ ਨੂੰ ਕਿਹਾ ਤੇ ਉਹ ਮੁੜ ਕੇ ਆਏ ਨਹੀਂ। ਇੱਕ ਵੀ ਇਹ ਵੀ ਹੈਗਾ ਜੀ ਵੀ ਮੁੜ ਕੇ ਪਤਾ ਨਹੀਂ ਲੱਗਾ। ਸੋ ਇਹਦੇ ਵਿੱਚ ਆਪਾਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਵੀ ਇਵੈਂਚੁਅਲੀ ਕਿੱਦਾਂ ਹੋਈ, ਪਰ ਇੱਕ ਗੱਲ ਪੱਕੀ ਆ ਵੀ ਉਹਨਾਂ ਨੂੰ ਬਹੁਤ ਟੌਰਚਰ ਕਰਕੇ ਜਿਹੜਾ ਹੈਗਾ ਸ਼ਹੀਦ ਕੀਤਾ ਗਿਆ, ਦੇਗਾਂ 'ਚ ਉਬਾਲਿਆ ਗਿਆ। ਹਾਂ, ਗਰਮ ਤੇ ਕੀਤਾ ਗਿਆ, ਬਹੁਤ ਟੌਰਚਰ ਕੀਤਾ ਗਿਆ, ਟੌਰਚਰ ਕਰਕੇ ਉਹਨਾਂ ਨੂੰ ਕੀਤਾ। ਹੁਣ ਇਹ ਅਗਲਾ ਕੁਐਸਚਨ ਸਾਡੇ ਮੂਹਰੇ ਇਹ ਆਉਂਦਾ ਜੀ ਵੀ ਇਸ ਸ਼ਹੀਦੀ ਦਾ ਪੰਜਾਬ 'ਤੇ ਇੰਪੈਕਟ ਕੀ ਪਿਆ, ਪੰਜਾਬ ਦੇ ਉੱਤੇ ਕੀ ਅਸਰ ਪਿਆ ਇਸ ਸ਼ਹੀਦੀ ਦਾ। ਇਸ ਸ਼ਹੀਦੀ ਨੇ ਸਿੱਖ ਮੂਵਮੈਂਟ ਦੀ ਕਿੱਧਰ ਨੂੰ ਮੂੰਹ ਮੋੜ ਦਿੱਤਾ ਜਾ ਕੇ। ਹੁਣ ਇਹ ਇੱਕ ਸ਼ਹੀਦੀ, ਇੱਕ ਤਾਂ ਪਹਿਲੀ ਸ਼ਹੀਦੀ ਸੀ ਸਿੱਖ ਇਤਿਹਾਸ ਦੇ ਵਿੱਚ, ਫਸਟ ਸ਼ਹੀਦ ਹੋਏ ਆ ਉਹ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਹੋਏ ਆ, ਜਿਹੜੇ ਪਬਲਿਕਲੀ ਇਸ ਤਰ੍ਹਾਂ ਜਿਹੜੇ ਪਹਿਲੇ ਸ਼ਹੀਦ ਹੋਏ ਆ, ਜਿਹੜੇ ਆਪਾਂ ਕਹਿ ਸਕਦੇ ਹਾਂ। ਹੁਣ ਇਹ ਆ ਜਿਸ ਵੇਲੇ ਸ਼ਹੀਦ ਹੁੰਦੇ ਆ, ਸ਼ਹੀਦ ਹੋਣ ਤੇ ਇਹਨਾਂ ਨੂੰ ਪਤਾ ਸੀ ਵੀ ਹੁਣ ਸ਼ਹੀਦ ਕਰ ਦੇਣਾ ਨਹੀਂ ਜਾ ਕੇ। ਉਸ ਵੇਲੇ ਇਹਦੀ ਗੁਰੂ ਹਰਗੋਬਿੰਦ ਦੀ ਉਮਰ ਜਿਹੜੀ ਸੀ ਉਸ ਵੇਲੇ ਸਿਰਫ ਸੀਗੀ ਉਸ ਵੇਲੇ 11 ਸਾਲ ਦੀ ਜੀ। ਪਰ ਉਹਨੇ 11 ਸਾਲ ਦੇ ਸੇ ਹੀ ਵਾਜ਼ ਅ ਵੈਰੀ ਪ੍ਰੋਸ਼ੀਅਸ ਚਾਈਲਡ, ਜਿੱਦਾਂ ਕਹਿੰਦੇ ਬੜਾ ਹੋਣਹਾਰ ਉਹ ਸੀਗੇ ਜਾ ਕੇ। ਇਹਨੇ ਉਹਨਾਂ ਨੂੰ ਸ਼ਹੀਦੀ ਤੋਂ ਪਹਿਲਾਂ ਇਹ ਕਿਹਾ ਵੀ ਹੁਣ ਸਮਾਂ ਬਦਲ ਗਿਆ, ਹੁਣ ਹਥਿਆਰਬੰਦ ਹੋਵੋ। ਉਹ ਜਿਹੜਾ ਕੌਨਸੈਪਟ ਪਹਿਲਾਂ ਸੀ ਨਾ ਵੀ ਤੇਰਾ ਭਾਣਾ ਮੀਠਾ ਲੱਗੇ, ਉਹ ਸੀ ਕੌਨਸੈਪਟ ਵੀ ਹੁਣ ਹਥਿਆਰਬੰਦ ਹੋਵੋ ਤੇ ਹਥਿਆਰਬੰਦ ਹੋ ਕੇ ਲੜਾਈ ਕਰੋ, ਯੁੱਧ ਕਰੋ ਜਾ ਕੇ। ਸੁਣ ਉਹ ਉੱਥੋਂ ਫਿਰ ਜਿਹੜੀ ਸਿੱਖ ਮੂਵਮੈਂਟ ਆ ਉਹ ਇੱਕਦਮ ਬਦਲ ਜਾਂਦੀ ਹੈ ਜੀ, ਇੱਕਦਮ ਬਦਲ ਜਾਂਦੀ ਹੈ। ਜਿਹੜਾ ਫਿਰ ਕੌਂਸਾ ਕਿ ਮੀਰੀ ਪੀਰੀ ਦਾ ਕੌਨਸੈਪਟ ਬਣਦਾ ਬਾਅਦ ਦੇ ਵਿੱਚ ਜਾ ਕੇ ਵੀ ਇੱਕ ਤਲਵਾਰ ਧਰਮ ਵਾਲੀ ਹੈ ਤੇ ਇੱਕ ਤਲਵਾਰ ਦੁਨਿਆਵੀ ਲੜਨ ਵਾਲੀ ਆ, ਉਹ ਇੱਥੋਂ ਸ਼ੁਰੂ ਹੁੰਦੀ ਆ। ਇਹਨਾਂ ਦੀ ਇੰਸਟਰਕਸ਼ਨ ਸੀ, ਲਾਸਟ ਇੰਸਟਰਕਸ਼ਨ ਨਹੀਂ ਸਮਝ ਲਿਆ ਸੀ ਵੀ ਹੁਣ ਉਹ ਪੀਸਫੁਲ ਟਾਈਮ ਹੈ ਨਹੀਂ, ਅਕਬਰ ਵਾਲਾ ਉਹ ਟਾਈਮ ਹੈ ਨਹੀਂ ਹੁਣ ਪੀਸਫੁਲ ਟਾਈਮ, ਹੁਣ ਇੱਦਾਂ ਲੜਨਾ ਪੈਣਾ ਜਾ ਕੇ। ਸੋ ਇਸ ਮੂਵਮੈਂਟ ਨੇ ਇੰਨਾ ਅਸਰ ਪਾਇਆ ਵੀ ਉਹ ਸਿੱਖਾਂ ਦੇ ਵਿੱਚ ਫਿਰ ਜਿਹੜਾ ਅੱਗੇ ਹਥਿਆਰ ਸਿਰਫ ਡਾਕੂਆਂ ਨਾਲੇ ਲੜਨ ਦੇ ਹੁੰਦੇ ਸੀਗੇ, ਉਹ ਇੱਕ ਹਥਿਆਰਬੰਦ ਮੂਵਮੈਂਟ ਦੇ ਤੌਰ 'ਤੇ ਪੰਜਾਬ ਦੇ ਵਿੱਚ ਇਹ ਕੌਨਸੈਪਟ ਆ ਗਿਆ ਵੀ ਹੁਣ ਤਾਂ ਹਥਿਆਰਬੰਦ ਹੋ। ਸੋ ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀ, ਇਹ ਹੁਕਮ ਸੀ ਗੁਰੂ ਹਰਗੋਬਿੰਦ ਨੂੰ, ਲਾਸਟ ਇੰਸਟਰਕਸ਼ਨ ਸੀ ਉਹਨਾਂ ਦੀ ਇਹ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਹਥਿਆਰਬੰਦ ਹੋਵੋ। ਆਪਣੇ ਮੇਰੀ ਉਹ ਤੇਰਾ ਪਾਣਾ ਮਿੱਠਾ ਲੱਗੇ ਨਹੀਂ ਚੱਲਣਾ। ਉਹ ਆਪਣੀ ਜਗ੍ਹਾ ਹੈ ਜੀ, ਉਹ ਆਪਣੀ ਜਗ੍ਹਾ ਆ, ਪਰ ਇਹ ਆਪਣੀ ਜਗ੍ਹਾ ਆ। ਪਰ ਜਿੱਦਾਂ ਅੱਗੇ ਇਹ ਸੀਗਾ ਵੀ ਨਹੀਂ ਜੋ ਹੁੰਦਾ ਠੀਕ ਹੈ ਜੀ, ਕੋਈ ਗੱਲ ਨਹੀਂ, ਸਾਰਾ ਉਹਦੀ ਇੱਦਾਂ ਨਹੀਂ ਹੈ। ਹੁਣ ਉਹਨੇ ਕਿਹਾ ਆਪਣੇ ਹੱਥ ਲਾਓ ਜਾ ਕੇ, ਜਿਹੜੀ ਗੱਲ ਹੈ। ਸੋ ਉਹਦੇ ਨਾਲ ਸਿੰਘ ਸਾਹਿਬ ਫਿਰ ਜਿਸ ਵੇਲੇ ਗੁਰੂ ਹਰਗੋਬਿੰਦ ਨੇ ਮੀਰੀ ਪੀਰੀ ਦੇ ਲੇਖ ਪਾਇਆ ਪਏ ਵੀ ਇੱਕ ਤਲਵਾਰ ਆਹ ਕੰਮ ਕਰੂਗੀ, ਇੱਕ ਤਲਵਾਰ ਆਹ ਕੰਮ ਕਰੂ। ਹੁਣ ਇਹ ਉਹੀ ਜਿਹੜਾ ਗੁਰੂ ਗੋਬਿੰਦ ਸਿੰਘ ਉਹਨਾਂ ਵਾਲਾ ਸੰਤ ਸਿਪਾਹੀ ਦਾ ਕੌਨਸੈਪਟ ਹੈ, ਉਹ ਇਹੀ ਆ। ਉਦੋਂ ਹੀ ਇਹਦੀ ਨਹੀਂ ਰੱਖੀ ਗਈ, ਉਦੋਂ ਹੀ ਨਹੀਂ ਰੱਖੀ ਗਈ ਹੈ। ਜੇ ਮੈਂ ਇਹ ਅਤਕਥਨੀ ਨਹੀਂ ਹੋਊਗੀ, ਜੇ ਮੈਂ ਇਹ ਕਹਿ ਦੇਵਾਂ ਨਾ ਵੀ 1699 ਵਾਲੇ ਖਾਲਸੇ ਦੀ ਵੀ ਰੱਖੀ ਗਈ ਤਾਂ ਬਹੁਤੀ ਜ਼ਿਆਦਤੀ ਨਹੀਂ ਹੋਣੀ ਹੈ, ਕਿਉਂਕਿ ਉਹੀ ਚੀਜ਼ ਸ਼ੁਰੂ ਹੋ ਗਈ ਸੀ। ਖਾਲਸੇ ਦਾ ਜਨਮ ਵੀ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਹੋਇਆ ਨਾ। ਜ਼ੁਲਮ ਦੇ ਖਿਲਾਫ ਲੜਾਈ ਸ਼ੁਰੂ ਕਦੋਂ ਹੋਈ ਹੈ? ਉਹ ਉਸ ਵੇਲੇ ਸਿੱਖ ਸਾਈਕ ਜਿਹੜੀ ਸੀ ਨਾ, ਸਿੱਖ ਜਿਹੜਾ ਮਨ ਸੀਗਾ ਉਹ ਤਿਆਰ ਹੋਇਆ ਸੀ। ਜਿਸ ਵੇਲੇ 1699 ਦੀ ਵਿਸਾਖੀ ਦੇ ਵੇਲੇ ਸਿੱਖ ਮਨ ਤਿਆਰ ਸੀ ਇਸ ਗੱਲ ਦੇ ਲਈ, ਕਿਉਂਕਿ ਪਹਿਲੇ ਗੁਰੂ ਸਾਹਿਬਾਨ ਨੇ ਰਾਹ ਦਿਖਾਲ ਦਿੱਤਾ ਸੀ, ਪਹਿਲੇ ਗੁਰੂ ਉਹਨੇ ਦੱਸ ਦਿੱਤਾ ਸੀ। ਸੋ ਉਹਦੇ ਨਾਲ ਮੈਂ ਜੇ ਤੁਹਾਨੂੰ ਕਹਾਂ, ਇਹ ਤਲਵਾਰ ਚੁੱਕਣੀ ਧਰਮ ਦਾ ਹਿੱਸਾ ਜਿਹੜਾ ਬਣਿਆ ਉਹ ਇੱਥੇ ਬਣ ਗਿਆ ਸੀ। ਪੰਜਵੇਂ ਪਾਤਸ਼ਾਹ ਦੇ ਹੁਕਮ ਤੋਂ ਬਾਅਦ ਛੇਵੇਂ ਪਾਤਸ਼ਾਹ ਨੂੰ ਜਿਹੜੀਆਂ ਤਾਕੀਦ ਕੀਤੀ ਗਈ ਉਹ ਇਹੀ ਸੀ ਵੀ ਇਹ ਤਾਂ ਕਰੋ, ਜ਼ੁਲਮ ਨੂੰ ਤਾਕਤ ਦੇ ਨਾਲ ਰੋਕਣਾ ਧਰਮ ਦਾ ਇੱਕ ਹਿੱਸਾ ਬਣ ਗਿਆ। ਠੀਕ ਹੈ ਨਾ। ਪਹਿਲਾਂ ਜਿਹੜਾ ਸੀਗਾ, ਪਹਿਲਾਂ ਕਿਸੇ ਨੂੰ ਵੱਢਣਾ ਜਾਂ ਬੜਾ ਹੀ ਸਮਝਿਆ ਜਾਂਦਾ ਸੀ ਵੀ ਇਹ ਗਲਤ ਗੱਲ ਆ, ਇਹ ਅਤਿਆਚਾਰ ਆ, ਫਲਾਨਾ ਆ ਫਲਾਨਾ, ਇੱਦਾਂ ਨਹੀਂ ਹੋਇਆ ਜਾ ਕੇ। ਉਹਨੇ ਕਿਹਾ ਤਲਵਾਰ ਚੱਕਣੀ ਜਾਇਜ਼ ਆ। ਕਾਹਦੇ ਲਈ ਜਾਇਜ਼ ਆ? ਜ਼ੁਲਮ ਨੂੰ ਰੋਕਣ ਦੇ ਲਈ ਜਾ ਕੇ। ਚੂੰਕਾਰ ਅਜ਼ ਹਮੇ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ व ਸ਼ਮਸ਼ੀਰ ਦਸਤ। ਪੰਜਾਬੀ ਦੇ ਵਿੱਚ ਕੀ ਕਰ ਸਕਦੇ ਹਾਂ? ਜਦੋਂ ਹੀਲੇ ਹੋਣ ਸਭ ਬੇਕਾਰ, ਚੁੱਕ ਲੈਣੀ ਜਾਇਜ਼ ਉਦੋਂ ਤਲਵਾਰ। ਠੀਕ ਹੈ ਨਾ। ਸੋ ਇਹ ਜਿਹੜਾ ਕੌਨਸੈਪਟ ਹੈ, ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹੀ ਸਦਕਾ ਆ ਵੀ ਸਿੱਖ ਮੂਵਮੈਂਟ ਜਿਹੜੀ ਹੈਗੀ ਆ ਇਹ ਇਸ ਪਾਸੇ ਨੂੰ ਤੁਰੀ ਜਾ ਕੇ। ਪੰਜਾਬੀ 'ਚ ਦਾ ਤਰਜਮਾ ਵੈਸੇ ਇਹ ਵੀ ਹੈਗਾ ਕਿ ਹੀਲੇ ਜਦ ਇਨਸਾਫ ਲਈ ਸਭੇ ਹੀ ਮੁੱਕ ਜਾਣ, ਫਿਰ ਜਾਇਜ਼ ਹੈ
ਤੇਗਾਂ ਦਾ ਦੇਣਾ ਤੋੜ ਮਿਆਨ। ਠੀਕ, ਇਹ ਤੁਹਾਡੇ ਜਿਹੜਾ ਲਫ਼ਜ਼ ਵਧੇ ਆ, ਮੇਰੇ ਲਫ਼ਜ਼ ਜਿਹੜਾ ਥੋੜ੍ਹੇ ਉਹ ਵੀ ਠੀਕ ਸੀ, ਜੱਟ ਕਿਸੇ ਪਰ ਹੈ ਉਹਦੀ ਐਸੈਂਸ ਬਿਲਕੁਲ ਉਹੀ ਹੈ। ਉੱਦਾਂ ਮੈਂ ਤੁਹਾਨੂੰ ਦੱਸਿਆ, ਆ ਜਿਹੜਾ ਮੈਂ ਪੰਜਾਬੀ ਦੇ ਵਿੱਚ ਕਿਹਾ, ਇਹ ਜ਼ਿਆਦਾ ਸੀ ਇੱਕ ਬਹੁਤ ਬੜੀ ਸਟ੍ਰਾਈਕ ਰੇਟ ਸੀ, ਸਾਡੇ ਕੋਲ ਸਟੂਡੈਂਟ ਨੇ ਆ ਕੀਤਾ ਸੀ। ਦੇਖੋ ਅੱਛਾ, ਵੈਸੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਜਿਹੜੀ ਵੈਸਟਰਨ ਕਲਚਰ ਆ, ਉਸ ਦੇ ਵਿੱਚ ਬਿਲਕੁਲ ਸੇਮ ਪ੍ਰਿੰਸੀਪਲ, ਜਿਹੜਾ ਸਿਮਿਲਰ ਪ੍ਰਿੰਸੀਪਲ ਹੁਣ ਜਿਹੜਾ ਚੱਲ ਰਿਹਾ ਅੱਜ ਦੇ ਜ਼ਮਾਨੇ ਦੇ ਵਿੱਚ ਵੀ, ਜਿਹੜੀ ਤੁਸੀਂ ਪੰਜਵੇਂ ਪਾਤਸ਼ਾਹ ਦੀ ਗੱਲ ਕਰਦੇ ਹੋ, ਛੇਵੇਂ ਪਾਤਸ਼ਾਹ ਦੀ ਗੱਲ ਕਰਦੇ ਹੋ, ਉਹ ਹੁਣ ਇਹੀ ਚੱਲ ਰਿਹਾ ਕਿ ਜਿਹੜਾ ਬੈਡ ਗਾਏ ਵਿਦ ਅ ਗਨ, ਜਿਹੜਾ ਬਹੁਤ ਮਾੜਾ ਬੰਦਾ ਆ ਰਿਹਾ, ਜ਼ਾਲਮ ਆ ਜਿਹੜਾ ਤਲਵਾਰ ਲੈ ਕੇ ਆ ਰਿਹਾ, ਉਹਨੂੰ ਰੋਕਣ ਲਈ ਚੰਗੇ ਬੰਦੇ ਦੇ ਕੋਲ ਵੀ ਤਲਵਾਰ ਚਾਹੀਦੀ ਹੈ। ਬਹੁਤ ਕੁਝ, ਮੱਚ ਵਾਟਰ ਹੈਜ਼ ਫਲੋਨ, ਦੇਖਿਆ ਉਦੋਂ ਤੱਕ ਹੋ ਗਿਆ। ਇਹਦੇ ਠੀਕ ਆ, ਇਸ ਤੇ ਇਹ ਕਨਸੈਪਟ ਅਜੇ ਵੀ ਚੱਲਦਾ ਹੀ ਹੈਗਾ, ਪਰ ਗੁਰੂ ਸਾਹਿਬ ਨੇ ਉਸ ਵੇਲੇ ਕਲੀਅਰ ਕਰਤਾ ਜਿਹੜਾ ਸੀ, ਇਹ ਜਿਹੜਾ ਹੈਗੀ ਵੀ ਸੰਤ ਸਿਪਾਹੀ, ਉਹ ਮੇਰੇ ਜਿਹੜੇ ਸੋਲਜਰ ਹੋਊਗੇ ਉਹ ਸੰਤ ਵੀ ਹੋਊਗੇ, ਅਤੇ ਮੇਰੇ ਸੋਲਜਰ ਜਿਹੜੇ ਸਿਪਾਹੀ ਵੀ ਹੋਊਗੇ। ਸੋ ਇਹ ਜਿਹੜੀ ਚੀਜ਼ ਕਨਸੈਪਟ ਨਿਕਲਿਆ, ਜਿਹੜਾ ਇਹ ਨਿਕਲਿਆ ਇਸ ਸ਼ਹੀਦੀ ਦੇ ਵਿੱਚੋਂ। ਸੋ ਇਹ ਗੁਰੂ ਸਾਹਿਬ ਦੀ ਸ਼ਹੀਦੀ ਦਾ ਇੰਪੈਕਟ ਇੰਨਾ ਲੰਬਾ ਗਿਆ ਵੀ ਸਾਰੀ ਸਿੱਖ ਮੂਵਮੈਂਟ ਦਾ ਚਿਹਰਾ ਮੋਹਰੇ ਬਦਲ ਗਿਆ ਜਾ ਕੇ। ਇੱਕ ਇਨਕਲਾਬੀ ਹਥਿਆਰਬੰਦ, ਹਾਂ, ਉੱਥੋਂ ਸ਼ੁਰੂ ਹੋ ਗਿਆ ਸਾਰਾ। ਸੋ ਇਹਨੂੰ ਆਪਾਂ ਇਹ ਇੱਦਾਂ ਨਹੀਂ ਲੈ ਸਕਦੇ ਵੀ ਇਹ ਇੱਕ ਕੋਈ ਸਧਾਰਨ ਸ਼ਹੀਦੀ ਸੀ, ਇਹ ਇੱਕ ਉਹ ਸ਼ਹੀਦੀ ਸੀ ਜਿਸ ਸ਼ਹੀਦੀ ਨੇ ਪੰਜਾਬ ਦਾ ਮੂੰਹ ਮੱਥਾ ਹੀ ਬਦਲ ਦਿੱਤਾ ਜਾ ਕੇ, ਬਿਲਕੁਲ ਮੂੰਹ ਮੱਥੇ ਬਦਲ ਦਿੱਤਾ ਪੰਜਾਬ ਦਾ। ਪੰਜਾਬ ਹੋਰ ਹੀ ਕੋਈ ਚੀਜ਼ ਜਾਣ ਗਿਆ ਜਿਹਦੇ ਕਿ ਅਸਰ ਹੁਣ ਤੱਕ ਵੀ ਤੁਸੀਂ ਮਹਿਸੂਸ ਕਰਦੇ ਆ ਜਾ ਕੇ, ਵੀ ਉਹ ਮਿਲੀਟੈਂਸੀ ਜਿਹੜੀ ਹੈਗੀ ਆ, ਔਰ ਨਾਲ ਉਹ ਨਹੀਂ ਹੈ ਜਾ ਕੇ ਜਿੱਦਾਂ ਵੀ ਇਕੱਲੇ ਸੋਲਜਰ ਨਹੀਂ ਹੈ, ਵੀ ਇਹ ਵੀ ਨਹੀਂ ਆ ਕਿਸੇ ਨੂੰ ਵੱਢੀ ਜਾਓ, ਕਿਸੇ ਦੇ ਜ਼ਿਆਦਤੀਆਂ ਕਰੀ ਜਾਓ, ਨੋ ਜਾ ਕੇ ਉਹ ਸੰਤ ਦਾ ਕਨਸੈਪਟ ਵੀ ਨਾਲ ਆ, ਜਿਹੜਾ ਹੈਗਾ ਪੀਰੀ ਦਾ ਕਨਸੈਪਟ ਵੀ ਨਾਲ ਆ ਉਹਦੇ ਜਾ ਕੇ। ਇਹਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਹੁਦਵਲ ਅਕਾਲ ਤਖਤ ਬਦਲਾ, ਅਕਾਲ ਤਖਤ ਦੇ ਬਾਅਦ ਸ਼ਿਕਾਰ ਵੀ ਸ਼ੁਰੂ ਹੋ ਜਾਂਦਾ। ਗੁਰੂ ਹਰਗੋਬਿੰਦ ਸਾਹਿਬ ਫਿਰ ਸ਼ਿਕਾਰ ਵੀ ਕਰਦੇ ਆ ਜਾ ਕੇ, ਸ਼ਿਕਾਰ ਵੀ ਕਰਦੇ। ਉਹਦਾ ਲੰਮੀ ਗੱਲ ਆ, ਫਿਰ ਭਲਵਾਨੀ ਵੀ ਸ਼ੁਰੂ ਹੋਈ ਆ ਉੱਥੋਂ ਜਾ ਕੇ। ਸਿੱਖੀਜ਼ਮ ਦਾ ਭਲਵਾਨੀ ਨਾਲ ਬੜਾ ਗਹਿਰਾ ਸੰਬੰਧ ਆ। ਸੋ ਮੈਂ ਜਿਹੜਾ ਹੈਗਾ ਆ ਇੱਦਾਂ ਕੋਈ ਕਹਿ ਸਕਦੇ ਹਾਂ ਜਾ ਕੇ ਵੀ ਇਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਪੰਜਾਬ ਦਾ ਰੂਪ ਰੇਖਾ ਬਦਲ ਦਿੱਤੀ ਸਾਰੀ। ਸੋ ਇਹ ਜਿਹੜੀ ਸ਼ਹੀਦੀ ਇਹਨਾਂ ਦੀ ਹੋਈ ਆ, ਤਾਂ ਹੋਈ ਜਹਾਂਗੀਰ ਵੇਲੇ ਹੀ ਹੈ। ਇਹ ਹੋਈ ਜਹਾਂਗੀਰ ਦੇ ਵੇਲੇ ਹੀ ਆ। ਉੱਦਾਂ ਸਿੰਘ ਸਾਹਿਬ ਜੇ ਗਾਹਾਂ ਥੋੜ੍ਹਾ ਜਿਹਾ ਦੇਖਿਆ ਜਾਵੇ ਤਾਂ ਇਹ ਹੋਵੇ ਗੁਰੂ ਜਿਹੜੇ ਜਹਾਂਗੀਰ ਦੇ ਤਲਕਾਤ ਜਿਹੜੇ ਸੀਗੇ, ਤਲਕਾਤ ਫਿਰ ਗੁਰੂ ਹਰਗੋਬਿੰਦ ਨਾਲ ਚੰਗੇ ਵੀ ਹੋ ਗਏ ਸੀ, ਬਹੁਤ ਚੰਗੇ ਵੀ ਹੋ ਗਏ। ਪਹਿਲਾਂ ਹੁਣ ਕੈਦ ਕੀਤਾ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ, ਪਰ ਫਿਰ ਚੰਗੇ ਵੀ ਤਲਕਤ ਹੋ ਗਿਆ। ਫਿਰ ਤਾਂ ਇੱਦਾਂ ਵੀ ਉਹ ਇੱਕ ਇਹ ਵੀ ਹੈਗਾ ਵੀ ਉਹ ਇਹ ਜਹਾਂਗੀਰ ਦੇ ਨਾਲ ਹੋਲੀਡੇ 'ਤੇ ਵੀ ਗਏ ਆ, ਸ੍ਰੀਨਗਰ ਆਲੂ ਗਏ ਜਾਂਦੇ ਰਹੇ, ਤਲਕਤ ਠੀਕ ਹੋ ਗਿਆ ਸੀ ਬਾਅਦ ਦੇ ਵਿੱਚ। ਉਹ ਸਿੰਘ ਸਾਹਿਬ ਉਸ ਗੱਲ ਕਰਕੇ ਦੇਖੋ, ਪਰਮਾਨੈਂਟ ਸਿੱਖੀਜ਼ਮ ਦੇ ਵਿੱਚ ਪਰਮਾਨੈਂਟ ਦੁਸ਼ਮਣੀ ਵਾਲੀ ਗੱਲ ਨਹੀਂ ਹੈ ਜਾ ਕੇ। ਇਹ ਗੱਲ ਅੱਜ ਵੀ ਚੱਲਦੀ, ਇਹ ਪਰਮਾਨੈਂਟ ਦੁਸ਼ਮਣੀ ਵਾਲੀ ਗੱਲ ਨਹੀਂ, ਕਿਉਂਕਿ ਜਹਾਂਗੀਰ ਦੇ ਜਿਹੜੇ ਆ, ਜਹਾਂਗੀਰ ਦੀ ਪਾਲਿਸੀ ਬਦਲ ਗਈ ਸੀ ਬਾਅਦ 'ਚ। ਉਹ ਜਿਹੜਾ ਇਹ ਕਹਿੰਦੇ ਨਾ ਜਾ ਕੇ ਜਦ ਸਾਰੇ ਹੀ ਚੀਜ਼ਾਂ ਫਿਰ ਉਹ ਮੁੜ ਕੇ ਤਾਂ ਫਿਰ ਆ ਗਈਆਂ ਉਹ ਗੱਲ, ਫਿਰ ਉਹ ਜ਼ੁਲਮ ਕਰਨੋਂ ਹਟ ਗਏ ਜਾ ਕੇ। ਸ਼ਾਹਜਹਾਂ ਦੇ ਟਾਈਮ ਫਿਰ ਸ਼ੁਰੂ ਹੁੰਦਾ ਜਾ ਕੇ, ਫਿਰ ਲੜਾਈਆਂ ਹੁੰਦੀਆਂ ਜਾ ਕੇ, ਫਿਰ ਉਹੀ ਗੁਰੂ ਹਰਗੋਬਿੰਦ ਫਿਰ ਲੜਾਈਆਂ ਲੜਦੇ ਉਹਦੇ ਨਾਲ ਜਦੋਂ ਜ਼ੁਲਮ ਵਧਿਆ। ਸੋ ਸਮੇਂ ਦੇ ਮੁਤਾਬਕ ਜਿਹੜੀ ਪਾਲਿਸੀ ਵੀ ਸੀ, ਸਾਰੇ ਗੁਰੂ ਸਾਹਿਬਾਨ ਨੇ ਕੋਸ਼ਿਸ਼ ਕੀਤੀ ਵੀ ਉਸ ਮੁਤਾਬਕ ਚੱਲਿਆ ਜਾਵੇ ਜਾ ਕੇ। ਇੱਦਾਂ ਨਾ ਹੋਵੇ ਵੀ ਜਾਵੇ ਆਹ ਪਰਮਾਨੈਂਟ ਇੱਦਾਂ ਆ, ਆਹ ਪਰਮਾਨੈਂਟ ਇੱਦਾਂ ਆ। ਸਮੇਂ ਦੇ ਮੁਤਾਬਕ ਉਹਨੇ ਜੰਗਾਂ ਵੀ ਕੀਤੀਆਂ, ਸਮੇਂ ਦੇ ਮੁਤਾਬਕ ਉਹਨੇ ਪੀਸਫੁਲ ਵੀ ਕੀਤਾ, ਸਮੇਂ ਮੁਤਾਬਕ ਭਗਤੀ ਵੀ ਕੀਤੀ ਆ, ਰੱਬ ਦਾ ਨਾਂ ਵੀ ਜਪਾਇਆ, ਪਰ ਹਥਿਆਰਬੰਦ ਲੜਾਈ ਵੀ ਲੜੀ ਹੈ ਜਾ ਕੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਥੈਂਕ ਯੂ।